ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1367 ਤੇ ਉੱਤੋਂ ਚੌਥੀ ਪੰਕਤੀ ਹੈ, 51 ਨੰਬਰ ਤੋਂ ਬਾਅਦ। ਕਬੀਰ ਵੈਸ਼ਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਹਣ ਜਾਏ। ਵੈਸ਼ਨੋ ਇੱਕ ਤੇ ਆਪ ਜਿਹੜੇ ਮੀਟ ਆਂਡਾ ਨਹੀਂ ਖਾਂਦੇ ਨੇ, ਕਹਿੰਦੇ ਵੈਸ਼ਨੋ ਹੈ ਜੀ। ਦੂਜਾ ਵੈਸ਼ਨੋ ਹੁੰਦੇ ਨੇ ਪਰਮਾਤਮਾ ਦੇ ਭਗਤ ਹੁੰਦੇ। ਕੂਕਰ ਰਾਰੇ ਨੂੰ ਔਂਕੜ ਲਾ ਇਸਤਰੀ ਲਿੰਗ ਬਣਾਇਆ। ਜੇ ਰਾਰੇ ਨੂੰ ਸਿਹਾਰੀ ਨਾ ਹੁੰਦੀ ਤਾਂ ਕੂਕਰ ਹੋਣਾ ਸੀ ਕੁੱਤਾ, ਕੁੱਤੇ। ਹੁਣ ਰਾਰੇ ਨੂੰ ਸਿਹਾਰੀ ਲੱਗ ਗਈ ਹੈ, ਇਹ ਹੋ ਗਿਆ ਇਸਤਰੀ ਲਿੰਗ ਕੁੱਤੀ। ਕੂਕਰ ਬਣੇ ਕੁੱਤਾ ਵੀ ਹੁੰਦਾ। ਜੇ ਰਾਰੇ ਨੂੰ ਸਿਹਾਰੀ ਨਾ ਹੁੰਦੀ ਫਿਰ ਕੂਕਰ ਹੋਣਾ ਸੀ ਕੁੱਤਾ ਜਾਂ ਕੁੱਤੇ। ਹੁਣ ਰਾਰੇ ਨੂੰ ਸਿਹਾਰੀ ਲੱਗ ਗਈ ਹੈ, ਇਸਤਰੀ ਲਿੰਗ ਬਣ ਗਿਆ। ਬੋਲਣਾ ਕੂਕਰ ਹੀ ਹੈ ਪਰ ਅਰਥ ਹੋ ਗਿਆ ਕੁੱਤੀ। ਕਬੀਰ ਵੈਸ਼ਨੋ ਕੀ ਕੂਕਰ ਭਲੀ। ਜਿਹੜਾ ਪਰਮਾਤਮਾ ਦਾ ਭਗਤ ਹੈ ਉਹਦੀ ਕੁੱਤੀ ਚੰਗੀ ਹੈ। ਸਾਕਤ ਕੀ ਬੁਰੀ ਮਾਏ। ਸਾਕਤ ਹੁੰਦਾ ਨਾਸਤਕ ਜਿਹੜੇ ਲੋਕ ਨੇ, ਮਾਇਆ ਧਾਰੀ, ਜਿਹੜੇ ਰੱਬ ਨਾਲ ਟੁੱਟੇ ਹੋਏ ਲੋਕ ਨੇ, ਉਹਨਾਂ ਕਹਿੰਦੇ ਸਾਕਤ। ਸਾਕਤ ਦੀ ਮਾਂ ਮਾੜੀ ਹੈ ਪਰ ਭਗਤ ਦੀ ਕੁੱਤੀ ਚੰਗੀ ਹੈ। ਹੁਣ ਸਵਾਲ ਪੈਂਦਾ ਕਿਉਂ? ਭਗਤ ਦੀ ਕੁੱਤੀ ਕਿਉਂ ਚੰਗੀ ਹੈ ਤੇ ਨਾਸਤਕ ਦੀ ਮਾਂ ਕਿਉਂ ਮਾੜੀ ਹੈ? ਜਵਾਬ ਦਿੰਦੇ ਅੱਗੇ। ਉਹ ਨਿਤ ਸੁਣੈ ਹਰ ਨਾਮ ਜਸ। ਭਗਤ ਜਿਹੜਾ ਉਹ ਸਤ ਸੰਗਤ ਕਰਦਾ ਹੈ, ਸਤ ਸੰਗਤ ਦੇ ਵਿੱਚ ਨਾਮ ਜਪਿਆ ਜਾਂਦਾ ਹੈ। ਕੁੱਤੀ ਉਹ ਪਰਮਾਤਮਾ ਦਾ ਨਾਮ ਸੁਣਦੀ ਹੈ। ਉਹ ਪਾਪ ਵਿਸਾਹਣ ਜਾਏ। ਅਤੇ ਜਿਹੜੀ ਸਾਕਤ ਦੀ ਮਾਂ ਹੈ ਉਹ ਕੁਸੰਗਤ ਕਰਦੀ ਹੈ, ਉਹ ਪਾਪ ਇਕੱਠੇ ਕਰਨ ਜਾਂਦੀ ਹੈ। ਵਿਸਾਹਣ ਹੁੰਦਾ ਖਰੀਦਣਾ, ਪਾਪ ਇਕੱਠੇ ਕਰਨਾ। ਉਹ ਪਾਪ ਕਮਾਉਣ ਜਾਂਦੀ ਹੈ। ਆਪ ਕੁਸੰਗੀ ਹੈ, ਇਸ ਲਈ ਪੁੱਤਰ ਵੀ ਸਤਸੰਗੀ ਨਹੀਂ ਹੈ। ਮਾਂ ਪਿਓ ਦਾ ਅਸਰ ਬੱਚਿਆਂ 'ਤੇ ਹੁੰਦਾ ਹੈ। ਬਾਪੂ ਸ਼ਰਾਬ ਪੀਂਦਾ ਹੈ, ਆਮ ਤੌਰ 'ਤੇ ਪੁੱਤਰ ਵੀ ਸ਼ਰਾਬ ਪੀਣ ਲੱਗ ਜਾਂਦਾ ਹੈ। ਕਈ ਸ਼ਹਿਰਾਂ 'ਚ ਮਾਂ ਬਾਪ ਦੋਨੋਂ ਸ਼ਰਾਬ ਪੀਂਦੇ ਨੇ, ਉਹਨਾਂ ਦੇ ਲੜਕੇ ਲੜਕੀਆਂ ਵੀ ਸ਼ਰਾਬ ਪੀਂਦੇ ਨੇ। ਮਾਂ ਸ਼ਰਾਬ ਪੀ ਰਹੀ ਹੈ, ਉਹਨੂੰ ਵੇਖ ਕੇ ਧੀ ਵੀ ਪੀ ਰਹੀ ਹੈ। ਹੁਣ ਸ਼ਹਿਰਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਸ਼ਰਾਬ ਪੀਂਦੀਆਂ ਹਨ। ਹੁਣ ਸ਼ਰਾਬ ਪੀਣ ਵਾਲੀ ਕੁੜੀ ਦਾ ਵਿਆਹ ਐਸੇ ਘਰ 'ਚ ਹੋ ਗਿਆ ਜਿੱਥੇ ਸ਼ਰਾਬ ਨਹੀਂ ਹੈਗੀ, ਉਹਦੀ ਨਿਭਣੀ ਨਹੀਂ ਹੈਗੀ, ਉਹਦੀ ਨਿਭਣੀ ਹੀ ਨਹੀਂ। ਕਿਉਂ? ਉਹ ਪੀਣ ਵਾਲੀ ਹੈ, ਅਗਲਾ ਪੀਣ ਵਾਲਾ ਨਹੀਂ ਹੈਗਾ। ਸਾਕਤ ਦੀ ਮਾਂ ਇਸ ਲਈ ਮਾੜੀ ਹੈ ਕਿ ਉਹ ਕੁਸੰਗਤ ਕਰਦੀ ਹੈ, ਉਹ ਪਾਪ ਖਰੀਦਣ ਜਾਂਦੀ ਹੈ, ਪਾਪ ਕਰਮ ਕਰਦੀ ਹੈ। ਜਿਹੜੀ ਭਗਤ ਦੀ ਕੁੱਤੀ ਹੈ ਉਹ ਇਸ ਲਈ ਚੰਗੀ ਹੈ ਕਿ ਭਗਤ ਰਲ ਕੇ ਨਾਮ ਜਪਦੇ ਨੇ, ਕੁੱਤੀ ਵੀ ਨਾਮ ਸੁਣਦੀ ਹੈ। ਇਸ ਲਈ ਕਿਹਾ ਕਿ ਭਗਤ ਦੀ ਕੁੱਤੀ ਨਾਸਤਕ ਦੀ ਮਾਂ ਨਾਲੋਂ ਚੰਗੀ ਹੈ। ਕਿਉਂ? ਜੇ ਮਾਂ ਭਜਨ ਬੰਦਗੀ ਵਾਲੀ ਹੁੰਦੀ ਤਾਂ ਉਹਨੇ ਆਪਣੇ ਬੱਚਿਆਂ ਨੂੰ ਜ਼ਰੂਰ ਭਜਨ ਬੰਦਗੀ ਵਾਲੇ ਪਾਸੇ ਲਾਉਣਾ ਸੀ। ਆਮ ਤੌਰ 'ਤੇ ਔਰਤਾਂ ਜਿਹੜੀਆਂ ਹੁੰਦੀਆਂ ਨੇ ਇਹ ਬਹੁਤੀਆਂ ਆਸਤਕ ਹੁੰਦੀਆਂ, ਬੰਦੇ ਬਹੁਤੇ ਨਾਸਤਕ ਹੁੰਦੇ ਨੇ। ਕਿਸੇ ਗੁਰਦੁਆਰੇ ਚਲੇ ਜਾਓ,
ਭਾਈਆਂ ਵਾਲਾ ਪਾਸਾ ਅਤੇ ਬੀਬੀਆਂ ਵਾਲਾ ਪਾਸਾ ਦੇਖੋ, ਬੀਬੀ ਵਾਲੇ ਪਾਸੇ ਜ਼ਿਆਦਾ ਇਕੱਠ ਹੁੰਦਾ ਭਾਈਆਂ ਵਾਲੇ ਪਾਸੇ ਨਾਲੋਂ। ਸਾਡੇ ਸਤਸੰਗ ਐਤਵਾਰ ਨੂੰ ਭਾਈਆਂ ਨਾਲ ਬੀਬੀਆਂ ਜ਼ਿਆਦਾ ਹੁੰਦੀਆਂ ਨੇ। ਇਹ ਤਾਂ ਨਹੀਂ ਵੀ ਪੰਜਾਬ 'ਚ ਬੀਬੀਆਂ ਦੀ ਗਿਣਤੀ ਜ਼ਿਆਦਾ ਭਾਈਆਂ ਨਾਲੋਂ, ਥੋੜ੍ਹੀ ਹੈ ਸਗੋਂ। ਇਹ ਤਾਂ ਹੋਰ ਵੀ ਥੋੜ੍ਹੀ ਹੋ ਜਾਣੀ ਸੀ। ਇਹ ਤਾਂ ਸਰਕਾਰ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਵੀ ਜਿਹਦਾ ਪਤਾ ਲੱਗ ਜੇ ਇਹਨੇ ਅਬਾਰਸ਼ਨ ਕਰਾਈ ਹੈ, ਮੁਕੱਦਮਾ ਚਲਾਓ ਇਹਨਾਂ 'ਤੇ। ਅਬਾਰਸ਼ਨ ਕਿਉਂ ਕਰਾਈ? ਕਿਉਂਕਿ ਡਾਕਟਰ ਦਾ ਪਤਾ ਲੱਗ ਗਿਆ ਵੀ ਲੜਕੀ ਹੋ ਰਹੀ ਹੈ, ਇਸ ਲਈ ਉਹ ਡਾਕਟਰ ਵੀ ਅਤੇ ਉਹ ਜਿਹਨੇ ਅਬਾਰਸ਼ਨ ਕਰਾਈ ਉਹ ਵੀ ਪਤੀ ਪਤਨੀ ਸਾਰੇ ਅੰਦਰ। ਚਲੋ ਵੀ ਇਹ ਡਰ ਕਰਕੇ ਤਾਂ ਕੁਛ ਠੀਕ ਹੋਇਆ। ਪਹਿਲਾਂ ਦੂਜੀਆਂ ਸਟੇਟਾਂ ਚਲੇ ਜਾਂਦੇ ਅਬਾਰਸ਼ਨ ਕਰਾਉਣ, ਹੁਣ ਉਹ ਵੀ ਸਾਵਧਾਨ ਹੋ ਗਏ ਨੇ। ਹਾਂ, ਫੋਰਨ ਕੰਟਰੀ ਦੇ ਵਿੱਚ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਲੋਕ ਸਮਝਦੇ, ਉਹ ਦੱਸ ਦਿੰਦੇ ਨੇ। ਜੇ ਕਿਸੇ ਪੁੱਛਣੇ ਉਹ ਦੱਸ ਦਿੰਦੇ ਨੇ ਲੜਕੀ ਹੋਏਗੀ ਜਾਂ ਲੜਕਾ ਹੋਏਗਾ। ਪਰ ਜਿਹੜੇ ਹਿੰਦੁਸਤਾਨੀ ਜਾ ਕੇ ਵੱਸ ਗਏ ਨੇ ਉੱਥੇ, ਉਹਨਾਂ ਨੇ ਜੇ ਪਤਾ ਲੈ ਲੜਕੀ ਹੋ ਰਹੀ ਹੈ ਤਾਂ ਫਿਰ ਬੁਰਾ ਹਾਲ ਹੋ ਜਾਂਦਾ ਵੀ ਹਾਏ ਵੇ ਲੜਕਾ ਹੋਣਾ ਚਾਹੀਦਾ ਸੀ। ਬਾਹਰਲੇ ਜਿਹੜੇ ਅੰਗਰੇਜ਼ ਨੇ ਉਹਨਾਂ ਨੂੰ ਲੜਕੀ ਹੈ ਕਿ ਲੜਕੇ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਉਹਨਾਂ ਕੋਲ ਲੈਣਾ ਦੇਣਾ ਹੁੰਦਾ ਉਹ ਵੀ ਨਾ ਦੱਸਦੇ, ਉਹ ਦੱਸ ਦਿੰਦੇ ਨੇ ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, ਲੜਕੀ ਪ੍ਰੈਗਨੈਂਟ ਹੋ ਗਈ ਹੈ, ਤੁਸੀਂ ਡਾਕਟਰ ਤੋਂ ਪੁੱਛ ਸਕਦੇ ਹੋ ਵੀ ਲੜਕੀ ਹੋ ਰਹੀ ਕਿ ਲੜਕਾ ਹੋ ਰਿਹਾ, ਉਹ ਤੁਹਾਨੂੰ ਦੱਸਦੇ ਨਹੀਂ। ਹਿੰਦੁਸਤਾਨੀ ਪਹਿਲਾਂ ਦੱਸ ਦਿੰਦੇ ਸਨ। ਇੱਥੇ ਮੁੰਡੇ ਨੂੰ ਬਹੁਤ ਜ਼ਿਆਦਾ ਜਿਹੜਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਮੁੰਡਾ ਹੋ ਜਾਏ ਫਟਾਫਟ ਟੈਲੀਫੋਨ ਹੋ ਰਹੇ ਨੇ ਸਭ ਥਾਵਾਂ, ਹੁਣ ਤਾਂ ਮੋਬਾਈਲ ਹੋ ਗਏ ਨੇ। ਕੁੜੀ ਹੋ ਜਾਏ ਕੋਈ ਟੈਲੀਫੋਨ ਨਹੀਂ ਜਾਂਦਾ, ਇਹਦਾ ਮਤਲਬ ਕੁੜੀ ਹੋਈ ਹੈ। ਜਦੋਂ ਨਾ ਕੋਈ ਟੈਲੀਫੋਨ ਆਵੇ ਸਮਝੋ ਕੁੜੀ ਹੋਈ ਹੈ। ਮੁੰਡਾ ਆਵੇ ਉੱਥੇ ਹੀ ਹਸਪਤਾਲ 'ਚ ਲੱਗ ਜਾਂਦੇ ਟੈਲੀਫੋਨ ਕਰਨ। ਚੰਗੀ ਹੋਇਆ ਜੀ। ਮੈਂ ਚੌਥੀ ਪੜ੍ਹਦਾ ਸੀ, ਮੇਰੇ ਭਰਾ ਦੇ ਘਰ ਲੜਕਾ ਹੋਇਆ। ਭਰਾ ਦੇ ਸਹੁਰੇ ਦੀ ਚਿੱਠੀ ਆਈ, ਡਾਕੀਆ ਖੇਤ 'ਚ, ਕਿਉਂਕਿ ਉਦੋਂ ਹਾੜੀ ਦਾ ਮੌਸਮ ਸੀ, ਅਸੀਂ ਖੇਤ 'ਚ ਹੀ ਆ ਗਏ। ਪਿਤਾ ਜੀ ਕਹਿੰਦੇ ਆ ਚਿੱਠੀ ਪੜ੍ਹ ਬਈ। ਉਹ 'ਚ ਲਿਖਿਆ ਹੋਇਆ, ਭਾਈ ਸਾਹਿਬ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸਰਦਾਰ ਮਾਨ ਸਿੰਘ ਦੇ ਘਰ ਭੁਚੰਗੀ ਹੋਇਆ। ਮੈਂ ਪਿਤਾ ਨੇ ਕਿਹਾ ਭੁਚੰਗੀ ਕਿਹਨੂੰ ਕਹਿੰਦੇ ਨੇ? ਛੋਟਾ ਸੀ ਮੈਂ। ਕਹਿੰਦੇ ਪੁੱਤਰ ਨੂੰ ਕਹਿੰਦੇ ਨੇ। ਜੇ ਮੈਂ ਵੱਡਾ ਮੈਂ ਜੇ ਕਿਤੇ ਕੁੜੀ ਹੋਈ ਹੁੰਦੀ ਕਦੇ ਚਿੱਠੀ ਨਹੀਂ ਸੀ ਉਹਨੇ ਪਾਣੀ, ਵੀ ਆਪੇ ਹੀ ਅੰਦਾਜ਼ਾ ਲਾ ਲੈਣਗੇ ਵੀ ਕੁੜੀ ਹੋਈ ਹੈ। ਪੁੱਤਰ ਹੋਇਆ ਨਾ, ਇਸ ਲਈ ਭੁਚੰਗੀ ਹੋਇਆ ਜੀ, ਵਧਾਈਆਂ ਜੀ ਤੁਹਾਨੂੰ। ਕੁੜੀ ਹੋਵੇ ਕਦੇ ਨਹੀਂ ਵਧਾਈਆਂ ਦਿੰਦੇ, ਤੁਹਾਨੂੰ ਵਧਾਈਆਂ ਜੀ ਕੁੜੀ ਹੋਈ ਹੈ। ਸੋ ਇਸ ਲਈ ਕਹਿੰਦੇ ਉਹ ਕੁੱਤੀ ਚੰਗੀ ਹੈ ਕਿਉਂਕਿ ਪਰਮਾਤਮਾ ਦਾ ਨਾਮ ਸੁਣਦੀ ਹੈ। ਜਿਹੜੀ ਨਾਸਤਿਕ ਮਾਂ ਹੈ ਉਹ ਕਹਿੰਦੇ ਉਸ ਕੁੱਤੀ ਤੋਂ ਵੀ ਮਾੜੀ ਹੈ। ਇਸ ਲਈ ਮਾਵਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ ਆਪਣੇ ਬੱਚਿਆਂ ਨੂੰ ਭਜਨ ਬੰਦਗੀ ਵਾਲੇ ਪਾਸੇ ਲਾਉਣਾ। ਬੱਚਾ ਜਿਹੜਾ ਹੈ, ਜੇ ਆਪਾਂ ਬਾਬਾ ਫਰੀਦ ਜੀ ਦਾ ਜੀਵਨ ਪੜ੍ਹੀਏ, ਮਾਂ ਨੇ ਆਪਣੇ ਪੁੱਤਰ ਨੂੰ ਇਸ ਪਾਸੇ ਲਾਉਣ ਲਈ ਉਹਨੇ ਦੇਖਿਆ ਵੀ ਮੇਰਾ ਪੁੱਤਰ ਕੀ ਖਾਣ ਦਾ ਸ਼ੌਕੀਨ ਹੈ। ਬੱਚੇ ਨੂੰ ਉਹੀ ਚੀਜ਼ ਦਈਏ ਫਿਰ ਬੱਚਾ ਲਾਲਚ ਚੱਕ ਕੇ ਕੰਮ ਕਰਦਾ ਨਹੀਂ। ਬੱਚਾ ਖਾਣ ਦਾ ਸ਼ੌਕੀਨ ਹੈ ਰਸਗੁੱਲੇ, ਅਤੇ ਮੈਂ ਉਹਨੂੰ ਕਹਿਣਾ ਲੈ ਕਾਕਾ ਗੁਲਾਬ ਜਾਮਣ, ਉਹ ਲੈ ਤਾਂ ਲਊਗਾ ਪਰ ਉਹਦਾ ਧਿਆਨ ਰਸਗੁੱਲੇ ਵਾਲੀ ਹੈ। ਇਸ ਲਈ ਜਵਾਕਾਂ ਨੂੰ ਅਸੀਂ ਕਹਿ ਦਿੰਦੇ ਤੁਸੀਂ ਆਪੇ ਹੀ ਡੱਬਾ ਫਰੋਲ ਲਓ, ਜਿਹੜਾ ਤੁਹਾਨੂੰ ਪਸੰਦ ਹੁੰਦਾ ਖਾ ਲਓ। ਹੁਣ ਮਾਂ ਨੂੰ ਪਤਾ ਸੀ ਮੇਰਾ ਮੁੰਡਾ ਸ਼ੱਕਰ ਖਾਣ ਦਾ ਸ਼ੌਕੀਨ ਹੈ। ਉਹਨੇ ਕਿਹਾ ਪੁੱਤਰ ਤੂੰ ਅੱਲਾ ਦਾ ਨਾਮ ਲਿਆ ਕਰ, ਅੱਲਾ ਤੈਨੂੰ ਖਾਣ ਨੂੰ ਸ਼ੱਕਰ ਦੇਵੇਗਾ। ਉਹਨੇ ਕੀ ਕਰਨਾ, ਸਵੇਰੇ ਸ਼ੱਕਰ ਦੀ ਪੁੜੀ ਰੱਖਣੀ, ਉੱਤੇ ਬੋਰੀ ਵਿਛਾ ਦੇਣੀ ਵੀ ਇਸ 'ਤੇ ਬੈਠ ਕੇ ਤੂੰ ਭਜਨ ਬੰਦਗੀ ਕਰਿਆ ਕਰ, ਫਿਰ ਬੋਰੀ ਚੁੱਕਿਆ ਕਰ, ਤੈਨੂੰ ਅੱਲਾ ਸ਼ੱਕਰ ਦੇਵੇ ਖਾਣ ਨੂੰ।
ਹੁਣ ਬੱਚੇ ਦੇ ਤਿਆਰ ਹੋਣ ਤੋਂ ਪਹਿਲਾਂ ਮਾਂ ਨੇ ਤਿਆਰੀ ਕਰ ਦੇਣੀ। ਬੱਚੇ ਨੇ ਭਜਨ ਬੰਦਗੀ ਕਰਨੀ, ਜਿੰਨਾ ਸਮਾਂ ਦੱਸਿਆ ਸੀ ਮਾਂ ਨੇ, ਮਗਰ ਬੋਰੀ ਚੱਕਣੀ ਹੈ, ਇੱਥੋਂ ਕਿ ਪੁੜੀ ਹੋਣੀ ਸ਼ੱਕਰ ਦੀ, ਉਹ ਬੱਚੇ ਬਾਬਾ ਫਰੀਦ ਜੀ ਨੇ ਖਾ ਲੈਣੀ। ਕਈ ਸਾਲ ਬੀਤ ਕੇ ਇਸ ਤਰ੍ਹਾਂ ਕਰਦੇ। ਇੱਕ ਦਿਨ ਮਾਂ ਨੂੰ ਕੰਮ ਪੈ ਗਿਆ। ਉਹਨੂੰ ਸੀ ਉਮੀਦ ਵੀ ਮੈਂ ਰਾਤ ਨੂੰ ਵਾਪਸ ਆ ਜਾਵਾਂਗੀ, ਪਰ ਉਹ ਕਿਸੇ ਕਾਰਨ ਆ ਨਾ ਸਕੀ। ਉਧਰ ਸਵੇਰ ਹੋ ਗਈ ਹੈ। ਉਹਨੇ ਕਿਹਾ ਓਹੋ, ਅੱਜ ਮੇਰੇ ਪੁੱਤਰ ਦਾ ਵਿਸ਼ਵਾਸ ਟੁੱਟ ਜਾਣਾ। ਕਿਉਂ? ਅੱਜ ਮੈਂ ਸ਼ੱਕਰ ਰੱਖੀ ਨਹੀਂ ਹੈਗੀ। ਅਤੇ ਉਹਨੇ ਕਹਿਣਾ ਅੱਲਾ ਨੇ ਤਾਂ ਮੈਨੂੰ ਸ਼ੱਕਰ ਦਿੱਤੀ ਨਹੀਂ ਹੈਗੀ। ਚਲੋ, ਉਹ ਵੀ ਅੱਲਾ ਨੂੰ ਯਾਦ ਕਰ ਰਹੀ ਹੈ। ਜੇ ਆਪਾਂ ਸੱਚੇ ਪਾਤਸ਼ਾਹ ਲਾਜ ਰੱਖੀ। ਉਧਰ ਫਰੀਦ ਜੀ ਵੀ ਯਾਦ ਕਰ ਅੱਲਾ ਨੂੰ। ਜਦੋਂ ਭਜਨ ਬੰਦਗੀ ਕਰਕੇ ਉੱਠੇ, ਬੋਰੀ ਚੱਕੀ, ਹੇਠਾਂ ਸ਼ੱਕਰ ਪਈ। ਫਰੀਦ ਜੀ ਨੇ ਖਾਧੀ, ਕਹਿੰਦੇ ਵੀ ਅੱਜ ਤਾਂ ਬਹੁਤ ਜ਼ਿਆਦਾ ਸਵਾਦ ਸੀ, ਕਿਉਂਕਿ ਅੱਲਾ ਨੇ ਰੱਖਤੀ ਨਾ। ਮਾਂ ਦੀ ਸ਼ੱਕਰ ਅਤੇ ਅੱਲਾ ਦੀ ਸ਼ੱਕਰ ਤਾਂ ਫਰਕ ਹੋਏਗਾ ਹੀ ਹੋਏਗਾ। ਜਦੋਂ ਮਾਂ ਆਈ, ਅਜੇ ਮਾਂ ਨੇ ਪੁੱਛਣਾ ਸੀ, ਪਹਿਲਾਂ ਹੀ ਬਾਬਾ ਫਰੀਦ ਕਹਿੰਦੇ ਅੰਮਾ, ਜੋ ਵੀ ਕਹਿੰਦੇ ਆ, ਪਿਤਾ ਨੂੰ ਅੱਬਾ ਕਹਿੰਦੇ, ਮਾਂ ਨੂੰ ਅੰਮਾ ਕਹਿੰਦੇ। ਕਹਿੰਦੇ ਅੱਜ ਅੱਲਾ ਨੇ ਬਹੁਤ ਸਵਾਦ ਸ਼ੱਕਰ ਦੀ ਪੁੜੀ ਰੱਖੀ, ਬਹੁਤ ਸਵਾਦ ਸੀ। ਮਾਂ ਚੁੱਪ ਰਹੀ ਅਤੇ ਸ਼ੁਕਰਾਨੇ 'ਚ ਆ ਗਈ ਕਿ ਹੇ ਅੱਲਾ ਤਾਲਾ, ਤੂੰ ਮੇਰੀ ਲਾਜ ਰੱਖੀ ਹੈ। ਸੋ ਇਸ ਲਈ ਮਾਵਾਂ ਦਾ ਬਹੁਤ ਵੱਡਾ ਰੋਲ ਹੁੰਦਾ ਆਪਣੇ ਬੱਚੇ ਨੂੰ ਇਸ ਪਾਸੇ ਲਾਉਣ ਦਾ। ਠੀਕ ਹੈ, ਸ਼ੁਰੂ 'ਚ ਲਾਲਚ ਦੇਣਾ ਪੈਂਦਾ। ਬੱਚਾ ਲਾਲਚ ਚੱਕ ਕੇ ਲੱਗਾ ਰਹਿੰਦਾ ਹੈ, ਵੱਡਾ ਹੋ ਕੇ ਫਿਰ ਉਹਨੂੰ ਸੋਝੀ ਆ ਜਾਂਦੀ ਹੈ। ਜਿਵੇਂ ਅੱਜ ਜਿਹੜੇ ਪਹਿਲਾਂ ਨਸ਼ਈ ਨੇ, ਇਹ ਕਿਸੇ ਹੋਰ ਨੂੰ ਉਹਨੇ ਨਸ਼ੇ ਵਾਲੇ ਪਾਸੇ ਲਾਉਣਾ। ਪਹਿਲਾਂ ਉਹਨੂੰ ਮੁਫਤ ਨਸ਼ਾ ਖਵਾਉਂਦੇ ਨੇ ਕਈ ਦਿਨ। ਜਦੋਂ ਨਸ਼ਾ ਖਾਣ ਦਾ ਆਦੀ ਹੋ ਜਾਂਦਾ, ਫਿਰ ਨਸ਼ਾ ਬੰਦ ਕਰਦੇ ਵੀ ਹੁਣ ਤੂੰ ਜਿੱਥੋਂ ਮਰਜ਼ੀ ਲਿਆ, ਹੁਣ ਤੂੰ ਘਰ ਦੇ ਭਾਂਡੇ ਵੇਚ ਹੁਣ। ਪਰ ਇਹ ਜਿਹੜਾ ਨਸ਼ਾ ਹੈ, ਇਹ ਤੁਹਾਡੇ ਭਾਂਡੇ ਨਹੀਂ ਵਿਕਵਾਏਗਾ, ਸਗੋਂ ਹੋਰ ਲਿਆ ਕੇ ਦੇਵੇਗਾ ਭਾਂਡੇ। ਇਸ ਲਈ ਬੱਚੇ ਨੂੰ ਭਜਨ ਬੰਦਗੀ ਵਾਲੇ ਪਾਸੇ ਲਾਉਣਾ ਚਾਹੀਦਾ। ਉਸ ਤੋਂ ਸ਼ੁਰੂ ਤੋਂ 2.5 ਘੰਟੇ ਦੀ ਉਮੀਦ ਨਹੀਂ ਕਰਨੀ ਚਾਹੀਦੀ। ਜੋ ਬਹੁਤ ਛੋਟਾ, ਉਹਨੂੰ ਕਹੇ ਇਹਨੇ 5 ਵਾਰੀ ਮੂਲ ਮੰਤਰ ਦਾ ਜਾਪ ਕਰ, 5 ਵਾਰੀ ਰਾਤ ਦੇ ਵਿੱਚ, ਫਿਰ ਸਕੂਲ ਜਾਇਆ ਕਰ, ਤੈਨੂੰ ਪੜ੍ਹਾਈ ਵਧੀਆ ਆਵੇਗੀ, ਤੈਨੂੰ ਪੜ੍ਹਾਈ ਵਧੀਆ ਆਵੇਗੀ। ਲਾਈ ਰੱਖੋ ਇਸ ਪਾਸੇ, ਔਰ ਆਏਗੀ ਵਧੀਆ, ਇਸ 'ਚ ਕੋਈ ਸ਼ੱਕ ਨਹੀਂ। ਭਜਨ ਬੰਦਗੀ ਵਾਲਾ ਕੋਈ ਵੀ ਕੰਮ ਕਰੇ, ਉਹਨੂੰ ਕਾਮਯਾਬੀ ਮਿਲਦੀ ਉਸ ਕੰਮ 'ਚ। ਹੁਣ ਉਹ ਪੜ੍ਹਾਈ ਕਰਦਾ, ਪੜ੍ਹਾਈ 'ਚ ਕਾਮਯਾਬੀ ਮਿਲੇਗੀ। ਤੁਸੀਂ ਪਾਠ ਕਰਕੇ ਇਮਤਿਹਾਨ ਦੇਣ ਗਏ ਹੋ, ਪਰਮਾਤਮਾ ਕਈ ਵਾਰੀ ਕੀ ਕਰਦਾ ਵੀ ਮੇਰੀ ਭਜਨ ਬੰਦਗੀ ਕਰਦਾ। ਜਿਹੜੇ ਪ੍ਰਸ਼ਨ ਇਹਨੇ ਤਿਆਰ ਕੀਤੇ ਨੇ ਨਾ, ਹੁਣ ਦੇਖੋ ਇੱਕ ਕਿਤਾਬ 'ਚ 100 ਪ੍ਰਸ਼ਨ, ਸ਼ੁਰੂ 'ਚ ਆਪਾਂ 100 ਦਾ 100 ਹੀ ਪੜ੍ਹਦੇ ਹਾਂ। ਫਿਰ ਆਪਾਂ ਨੂੰ ਹੌਲੀ ਹੌਲੀ ਪਤਾ ਲੱਗਦਾ ਇਸ 'ਚ ਇੰਪੋਰਟੈਂਟ 50 ਨੇ, ਆਪਾਂ ਨੂੰ ਲਿਖਦੇ ਇੰਪੋਰਟੈਂਟ। ਉਹ 50 ਪੜ੍ਹਦੇ ਆਪਣੇ, ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇਹਨਾਂ 'ਚ ਜਿਹੜੇ 30 ਨੇ ਨਾ, ਇਹ ਵੈਰੀ ਇੰਪੋਰਟੈਂਟ ਨੇ। ਫਿਰ ਹੌਲੀ ਹੌਲੀ ਐਗਜ਼ਾਮ ਦੇ ਨੇੜੇ ਜਾ ਕੇ ਪਤਾ ਲੱਗਦਾ ਕਿ ਆ ਜਿਹੜੇ 20 ਨੇ ਨਾ, ਇਹ ਵੈਰੀ ਵੈਰੀ ਇੰਪੋਰਟੈਂਟ ਨੇ। ਤੁਸੀਂ ਉਹ 20 ਤਿਆਰ ਕੀਤੇ, ਉਧਰ ਤੁਸੀਂ ਭਜਨ ਬੰਦਗੀ ਕਰਦੇ ਸੀ। ਪਰਮਾਤਮਾ ਨੇ ਜਿਹੜਾ ਪੇਪਰ ਤੁਹਾਡਾ ਪਾਇਆ, ਉਹਨਾਂ 20 'ਚ ਹੀ ਪਾਤਾ ਅਤੇ ਤੁਹਾਡਾ ਪੇਪਰ ਵਧੀਆ ਹੋ ਗਿਆ। ਦੂਜੇ ਨੇ ਉਹ 20 ਦੀ ਥਾਂ 'ਤੇ ਕੋਈ ਹੋਰ ਜ਼ਿਆਦਾ ਇੰਪੋਰਟੈਂਟ ਸਮਝ ਕੇ ਕੀਤੇ, ਉਹ ਪੇਪਰ ਬਾਹਰੋਂ ਹੋ ਗਿਆ ਉਹਦੇ ਲਈ। ਉਹ ਕਹਿੰਦਾ ਮੇਰਾ ਤਾਂ ਪੇਪਰ ਚੰਗਾ ਨਹੀਂ ਹੋਇਆ, ਦੂਜਾ ਕਹਿੰਦਾ ਮੇਰਾ ਤਾਂ ਬੜਾ ਵਧੀਆ ਹੋ ਗਿਆ। ਪਰਮਾਤਮਾ ਜਿਹੜਾ ਨਾਮ ਹੈ, ਹਰ ਇੱਕ ਚੀਜ਼ ਦੇ ਵਿੱਚ ਬਰਕਤ ਪਾਉਂਦਾ ਹੈ। ਕਈ ਮੇਰੇ ਕੋਲ ਆਉਣਗੇ,
ਬਾਬਾ ਜੀ ਕਮਾਈ ਤੇ ਬਹੁਤ ਹੈ ਪਰ ਬਰਕਤ ਨਹੀਂ ਹੈਗੀ। ਮੈਂ ਤੁਸੀਂ ਭਜਨ ਬੰਦਗੀ ਨਹੀਂ ਕਰਦੇ ਹੋਵੋਗੇ, ਕੋਈ ਤੁਸੀਂ ਜਿਹੜਾ ਹੈ ਆਪਣੀ ਦਸਾਂ ਨੌਂ ਦੀ ਕਿਰਤ ਦੇ ਵਿੱਚ ਗੁਰੂ ਲਈ ਕੁਝ ਹਿੱਸਾ ਨਹੀਂ ਕੱਢਦੇ ਹੋਵੋਗੇ। ਗੁਰੂ ਲਈ ਕੋਈ 1-2% ਹੋਈ ਅਤੇ 10% ਦਾ ਸਾਨੂੰ ਹੁਕਮ ਹੈ ਕਿ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਨੂੰ ਦੇਣਾ ਹੈ। ਪਰ ਚਲੋ ਸ਼ੁਰੂ 'ਚ ਔਖਾ ਲੱਗਦਾ ਹੋਏਗਾ, 1% 2% ਕੁਛ ਤਾਂ ਗੁਰੂ ਲਈ ਕੱਢੋ, ਕੁਛ ਤਾਂ ਗੁਰੂ ਦੇ ਨਿਮਿਤ ਕੱਢੋ, ਫਿਰ ਹੀ ਬਰਕਤ ਹੋਵੇਗੀ ਨਾ। ਪਾਠ ਕਰੋ ਤੁਸੀਂ, ਮੈਂ ਤਜਰਬੇ ਕਰਕੇ ਵੇਖੇ ਨੇ ਅਤੇ ਕਰਵਾਏ ਨੇ ਮੈਂ ਤਜਰਬੇ, ਕਿ ਤੁਸੀਂ ਜਿਹੜੀ ਫਸਲ ਬੀਜੀ ਹੈ ਕਿਸੇ ਵੇਲੇ ਦਿਨ 'ਚ ਸੈਰ ਕਰੋ ਆਪਣੀ ਫਸਲ ਦੇ ਆਲੇ ਦੁਆਲੇ, ਅਤੇ ਨਾਲ ਮੂਲ ਮੰਤਰ ਦਾ ਜਾਪ ਕਰਦੇ ਰਹੋ। ਹੋਰ ਕੋਈ ਪਾਠ ਹੁੰਦਾ ਤੁਸੀਂ ਉਹ ਕਰ ਸਕਦੇ ਹੋ, ਨਿਤਨੇਮ ਆਉਂਦਾ ਤੁਸੀਂ ਨਿਤਨੇਮ ਕਰ ਸਕਦੇ ਹੋ। ਆਪਣੀ ਫਸਲ ਦੇ ਆਲੇ ਦੁਆਲੇ ਗੇੜੇ ਲਾਓ, ਪਾਠ ਕਰੋ, ਤੁਹਾਡੀ ਫਸਲ ਦਾ ਝਾੜ ਦੂਜਿਆਂ ਨਾਲ ਵੱਧ ਹੋਵੇਗਾ, ਬਿਮਾਰੀ ਵੀ ਘੱਟ ਲੱਗੇਗੀ, ਝਾੜ ਵੀ ਵੱਧ ਹੋਏਗਾ। ਜਿਹਦੀ ਮਰਜ਼ੀ ਆਪਣਾ ਤਜਰਬਾ ਕਰਕੇ ਵੇਖ ਲੈ। ਇਸ ਲਈ ਸਾਕਤ ਦੀ ਮਾਂ ਨੂੰ ਮਾੜਾ ਇਸ ਲਈ ਕਿਹਾ ਕਿ ਉਹਨੇ ਆਪਣੇ ਬੱਚੇ ਨੂੰ ਭਜਨ ਬੰਦਗੀ ਵਾਲੇ ਪਾਸੇ ਹੀ ਨਹੀਂ ਲਾਇਆ, ਭਜਨ ਬੰਦਗੀ ਵਾਲੇ ਪਾਸੇ ਹੀ ਨਹੀਂ ਲਾਇਆ। ਆਪ ਵੀ ਕੁਸੰਗਤ ਕੀਤੀ, ਅੱਗੋਂ ਬੱਚੇ ਨੇ ਵੀ ਕੁਸੰਗਤ ਕੀਤੀ। ਜਦੋਂ ਆਪ ਆਪਾਂ ਗੁਰਦੁਆਰੇ ਆਉਂਦੇ ਹਾਂ ਤਾਂ ਬੱਚੇ ਨੂੰ ਘਰ ਛੱਡ ਆਉਣੇ, ਉਹ ਮੋਰੋ TV ਦੇਖੀ ਜਾਂਦੇ ਨੇ। ਹੁਣ ਤਾਂ ਮੌਜ ਹੋ ਗਈ, ਉਹਨਾਂ ਨੂੰ ਪਤਾ ਹੈ ਵੀ ਮਾਂ ਬਾਪ ਇੰਨੇ ਸਮੇਂ 1 ਘੰਟੇ ਦੀ ਕਥਾ ਹੈ, 15 ਮਿੰਟ ਜਾਣ ਦੇ 15 ਮਿੰਟ ਆਉਣ ਦੇ, ਘੱਟ ਤੋਂ ਘੱਟ 1.5 ਘੰਟਾ ਆਪਾਂ ਨੂੰ ਮੌਜ ਹੈ। ਬਸ ਹੁਣ ਜੋ ਮਰਜ਼ੀ ਮਗਰੋਂ ਦੇਖੀ ਜਾਓ, ਜੋ ਮਰਜ਼ੀ ਕਰੀ ਜਾਓ ਮਗਰੋਂ। ਅਤੇ ਜੇ ਤੁਸੀਂ ਉਹਨਾਂ ਨੂੰ ਪ੍ਰੇਰ ਕੇ ਨਾਲ ਹੀ ਲੈ ਆਵੋ ਤਾਂ ਫਿਰ ਘੱਟ ਤੋਂ ਘੱਟ ਗੰਦ ਮੰਦ ਤਾਂ ਨਹੀਂ ਨਾ ਮਗਰੋਂ ਵੇਖਣਗੇ, ਜਾਂ ਕੋਈ ਸ਼ਰਾਰਤਾਂ ਤਾਂ ਨਹੀਂ ਨਾ ਕਰਨਗੇ। ਪਰ ਮੈਂ ਦੇਖਿਆ ਬਹੁਤੇ ਮਾਂ ਪਿਓ ਆਪ ਆ ਜਾਂਦੇ, ਬੱਚੇ ਉਹਨਾਂ ਦੇ ਘਰ ਹੀ ਰਹਿੰਦੇ ਨੇ, ਵੱਡਿਆਂ ਹੋ ਕੇ ਆਉਂਦੇ ਨਹੀਂ, ਛੋਟਿਆਂ ਆਦਤ ਨਹੀਂ ਪਾਈ। ਆਦਤ ਪਾਓ ਬੱਚੇ ਨਾਲ ਲਿਆਉਣ ਦੀ। ਨਾਲੇ ਗੁਰਦੇ ਆਉਣ ਦਾ ਫਾਇਦਾ ਹੀ ਫਾਇਦਾ ਹੈ। 1 ਰੁਪਏ ਮੱਥਾ ਟੇਕੋ, 40-50 ਦੀ ਰੋਟੀ ਖਾ ਕੇ ਚਲੇ ਜਾਓ। ਦੱਸੋ, ਜੇ ਬਾਣੀਆਂ ਵਾਂਗੂ ਸੋਚੋਗੇ, ਮੰਨ ਲਓ ਤੁਸੀਂ 1 ਰੁਪਏ ਮੱਥਾ ਟੇਕਿਆ ਗੁਰੂ ਨੂੰ, ਅਸੀਂ ਘੱਟ ਤੋਂ ਘੱਟ ਵੀ 40 ਰੁਪਏ ਦੀ ਰੋਟੀ ਖਾਣ ਨੂੰ ਦਿੰਦੇ ਹਾਂ। ਜੇ ਬਾਣੀ ਵਾਂਗ ਸੋਚੋ ਤੁਹਾਨੂੰ 39 ਰੁਪਏ ਦਾ ਫਾਇਦਾ ਹੋ ਗਿਆ। ਨਾਲੇ ਤਾਂ 39 ਰੁਪਏ ਦਾ ਫਾਇਦਾ ਹੋ ਗਿਆ, ਨਾਲੇ ਕਥਾ ਕੀਰਤਨ ਸੁਣ ਲਈ। ਗੁਰੂ ਵੀ ਖੁਸ਼ ਵੀ ਮੇਰਾ ਸਿੱਖ ਆਇਆ ਹੈ, ਅਤੇ ਸਿੱਖ ਵੀ ਖੁਸ਼ ਵੀ 39 ਰੁਪਏ ਅੱਜ ਮਿਲ ਗਏ। ਪਤਾ ਨਹੀਂ ਅਸੀਂ ਬਾਣੀ ਵਾਂਗੂ ਸੋਚਦੇ ਹੀ ਨਹੀਂ ਹੈਗੇ। ਜ਼ਰੂਰੀ ਘਰ ਪਕਾਉਣੀ ਹੈ, ਪੱਕੀ ਪਕਾਈ ਮਿਲਦੀ ਹੈ, ਵਧੀਆ ਮਿਲਦੀ ਹੈ ਖਾਣ ਨੂੰ। ਕੋਈ ਇੱਕ ਦਾਲ ਮਿਲਦੀ ਹੈ, ਇੱਕ ਸਬਜ਼ੀ ਮਿਲਦੀ ਹੈ, ਸਲਾਦ ਮਿਲਦਾ ਹੈ, ਕਦੇ ਖੀਰ ਖਾਣ ਨੂੰ ਮਿਲਦੀ ਹੈ, ਕਦੇ ਕੁਛ ਖਾਣ ਨੂੰ ਮਿਲਦਾ ਨਾਲ ਹੈ। ਸੋਚ ਜੇ ਅਸੀਂ ਸਾਡੀ ਬਾਣੀਆਂ ਵਰਗੀ ਹੋਵੇਗੀ ਨਾ, ਅਸੀਂ ਜ਼ਰੂਰ ਤਰੱਕੀ ਕਰ ਜਾਵਾਂਗੇ। ਅਤੇ ਜੇ ਸੋਚ ਹੀ ਜੱਟਾਂ ਵਾਂਗੂ ਰੱਖੀ ਤਾਂ ਫਿਰ ਤਰੱਕੀ ਨਹੀਂ ਹੁੰਦੀ, ਜਿੰਨਾ ਮਰਜ਼ੀ ਪੇ ਜ਼ੋਰ ਲਾਵੋ। ਮੈਨੂੰ ਘਰ 'ਚ ਪਹਿਲਾਂ ਕਹਿੰਦੇ ਸਾਡੇ ਘਰ ਬਾਹਮਣ ਜੰਮ ਪਿਆ, ਬ੍ਰਾਹਮਣ ਵੀ ਨਹੀਂ ਸਨ ਕਹਿੰਦੇ, ਕਿ ਸਾਡੇ ਘਰ ਬਾਹਮਣ ਜੰਮ ਗਿਆ। ਕਿਉਂ? ਮੈਂ ਸ਼ੁਰੂ ਤੋਂ ਵੈਸ਼ਨੂੰ ਸੀ, ਨਾ ਅੰਡਾ ਖਾਂਦਾ ਸੀ, ਨਾ ਮੀਟ ਖਾਂਦਾ, ਨਾ ਸ਼ਰਾਬ ਪੀਂਦਾ ਸੀ। ਅਤੇ ਆਮ ਤੌਰ 'ਤੇ ਪੰਡਤਾਂ ਦੇ ਇਹੀ ਹੁੰਦਾ ਵੀ ਵੈਸ਼ਨੂੰ ਹੁੰਦੇ ਨੇ, ਕਿ ਸਾਡੇ ਘਰ ਬਾਹਮਣ ਜੰਮ ਪਿਆ। ਕਿਉਂ? ਉਹਨਾਂ ਨੇ ਇਹ ਸੀ ਵੀ ਅਸੀਂ ਤਾਂ ਮੀਟ ਨਾਲ ਰੋਟੀ ਖਾ ਲਾਂਗੇ, ਇਹਦੇ ਲਈ ਸਾਨੂੰ ਦਾਲ ਸਬਜ਼ੀ ਬਣਾਉਣੀ ਪਏਗੀ। ਮੈਨੂੰ ਹੌਲੀ ਹੌਲੀ ਪਤਾ ਲੱਗ ਗਿਆ ਮੈਨੂੰ ਬਾਹਮਣ ਕਿਉਂ ਕਹਿੰਦੇ ਨੇ। ਮੈਂ ਕਿਹਾ ਮੇਰੇ ਲਈ ਕੋਈ ਦਾਲ ਸਬਜ਼ੀ ਬਣਾਉਣ ਦੀ ਲੋੜ ਨਹੀਂ, ਮੈਂ ਲੂਣ ਨਾਲ ਖਾਵਾਂ, ਅਚਾਰ ਨਾਲ ਖਾਵਾਂ, ਕਾਸੇ ਨਾਲ ਖਾਵਾਂ, ਮੈਂ ਤੁਹਾਡੇ ਤੋਂ ਦਾਲ ਸਬਜ਼ੀ ਨਹੀਂ ਮੰਗਦਾ। ਬਸ ਤੁਸੀਂ ਮੈਨੂੰ ਆਂਡੇ ਮੀਟ ਲਈ ਨਹੀਂ ਕਹਿਣਾ। ਬਸ ਜਦੋਂ ਮੈਂ 9ਵੀਂ ਤੱਕ ਪਹੁੰਚਿਆ ਮੇਰੀ ਸੋਚ ਬਦਲ ਗਈ। ਫਿਰ ਕਹਿੰਦੇ ਸਾਡੇ ਘਰ ਬਾਣੀਆਂ ਪੈਦਾ ਹੋਇਆ। ਮੈਂ ਤੁਸੀਂ ਵੀ ਬਾਣੀ ਹੋ ਜਾਓ, ਅੱਜ ਜੱਟਪੁਣਾ ਛੱਡ ਦਿਓ, ਤੁਸੀਂ ਬਾਣੀ ਹੋ ਜਾਓ, ਤਰੱਕੀ ਕਰ ਜਾਓਗੇ। ਉਹ ਕਹਿੰਦੇ ਵੀ ਇਹ ਸੋਚਦਾ
ਵੀ ਇਸ ਗੱਲ 'ਚ ਲਾਭ ਹੋਏਗਾ, ਇਸ ਗੱਲ 'ਚ ਨੁਕਸਾਨ ਹੋਏਗਾ। ਬਾਣੀਆਂ ਲੜਨ ਤੋਂ ਪਹਿਲਾਂ ਸੋਚੂਗਾ ਵੀ ਜੇ ਮੈਂ ਲੜ ਪਿਆ, ਦੂਜੇ 60 ਫੇਟ ਵੱਜੀ, ਮੈਨੂੰ ਥਾਣੇ ਵੀ ਜਾਣਾ ਪਏਗਾ, ਮੈਨੂੰ ਜੇਲ੍ਹ ਵੀ ਹੋ ਜਾਏ, ਮੇਰਾ ਸਾਰਾ ਵਪਾਰ ਖਰਾਬ ਹੋ ਜਾਏਗਾ। ਉਹ ਸੋਚਦੇ। ਜੱਟ ਮਾਰਨ ਤੋਂ ਬਾਅਦ ਸੋਚਦੇ। ਸੋਚ 'ਚ ਫਰਕ ਹੈ। ਜੱਟ ਮੇਰਾ ਨਾਰਾਜ਼ ਰਹਿਣ, ਮੈਂ ਆਪ ਹੀ ਜੱਟ, ਜੇ ਮੈਂ ਨਾ ਹੁੰਦਾ ਸ਼ਾਇਦ ਮੈਂ ਨਾ ਕਹਿੰਦਾ ਜੱਟ ਨਾਰਾਜ਼ ਹੋ ਜਾਣਗੇ। ਹਾਂਜੀ, ਸਾਨੂੰ ਸੋਚ ਬਦਲਣੀ ਪੈਣੀ ਆਪਣੀ ਜੇ ਅਸੀਂ ਤਰੱਕੀ ਕਰਨੀ ਹੈ। ਤਾਂ ਸੋਚ ਹੀ ਹੈ ਨਾ ਬਈ ਭਗਤ ਦੀ ਕੁੱਤੀ ਚੰਗੀ ਹੈ, ਨਾਸਤਕ ਦੀ ਮਾਂ ਮਾੜੀ ਹੈ। ਕਿਉਂ? ਇੱਕ ਤਾਂ ਪਰਮਾਤਮਾ ਦਾ ਨਾਮ ਸੁਣ ਰਹੀ ਹੈ, ਦੂਜੀ ਜਿਹੜੀ ਹੈ ਕੁਸੰਗਤ ਕਰਨ ਜਾਂਦੀ ਹੈ। ਤਾਂ ਕਰਕੇ ਕਿਹਾ ਵੀ ਉਸ ਔਰਤ ਨਾਲ ਤਾਂ ਭਗਤ ਦੀ ਕੁੱਤੀ ਹੋਈ ਚੰਗੀ। ਅੱਗੇ ਕਹਿੰਦੇ ਨੇ, ਕਬੀਰ ਹਰਨਾ ਦੂਬਲਾ, ਇਹ ਹਰਿਆਰਾ ਤਾਲ, ਲਾਖ ਅਹੇਰੀ ਏਕ ਜੀਓ, ਕੇਤਾ ਬੰਚੋ ਕਾਲ। ਹਰਨ ਜਿਹਨੂੰ ਆਪਾਂ ਹਿਰਨ ਕਹਿੰਦੇ ਹਾਂ, ਦੂਬਲਾ ਮਨੇ ਕਮਜ਼ੋਰ, ਇਹ ਤੇ ਹਿਰਨ ਪਾ ਮਨ, ਮਨ ਕਮਜ਼ੋਰ ਹੈ। 99% ਲੋਕਾਂ ਦਾ ਤਾਂ ਕਮਜ਼ੋਰ ਹੀ ਹੁੰਦਾ। ਕਿਸੇ ਨੇ ਕਿਹਾ ਯਾਰ ਵਿਆਹ ਦਾ ਮੌਕਾ ਕੁੱਟ ਪੀ ਲੈ, ਨਾ ਮੈਂ ਨਹੀਂ ਪੀਂਦਾ। ਉਹ ਯਾਰ ਇਹ ਰੋਜ਼ ਖੁਸ਼ੀ ਦਾ ਮੌਕਾ ਥੋੜ੍ਹਾ ਹੀ ਹੋਣਾ। ਚੱਲ ਇੱਕ ਪੈਗ ਲਾ ਲੈ। 2-4 ਵਾਰੀ ਕਿਹਾ, ਉਹ ਤਿਆਰ ਹੋ ਗਿਆ ਪੈਗ ਲਾਉਣ, ਕਿਉਂਕਿ ਮਨ ਦਾ ਕਮਜ਼ੋਰ ਸੀ ਨਾ। ਪਿਛਲੇ ਜਨਮ 'ਚ ਪੀਂਦਾ ਰਿਹਾ ਸੀ, ਐਤਕੀ ਮਨ ਫਿਰ ਉਸ ਤਰ੍ਹਾਂ ਦਾ ਹੀ ਹੋ ਗਿਆ। ਉਹ ਜੀ ਮੈਂ ਪੀਣੀ ਤਾਂ ਨਹੀਂ ਸੀ, ਉਹ ਫਿਰ ਮੇਰੇ ਜ਼ਿਆਦਾ ਹੀ ਖੇੜੇ ਪੈ ਗਏ ਜੀ। ਫਿਰ ਮੈਂ ਕਿਹਾ ਚਲੋ ਯਾਰ ਕੁੱਟ ਲਾ ਹੀ ਲਈਏ। ਇਹ ਕਮਜ਼ੋਰ ਮਨ ਦੀ ਨਿਸ਼ਾਨੀ ਹੁੰਦੀ ਹੈ। ਇਹ ਜਿਹੜਾ ਹਿਰਨ ਹੈ, ਭਾਵੇਂ ਮਨ ਜਿਹੜਾ ਹੈ ਦੂਬਲਾ ਹੁੰਦਾ, ਪਤਲਾ, ਕਮਜ਼ੋਰ। ਕਬੀਰ ਹਰਨਾ ਦੂਬਲਾ, ਇਹ ਹਰਿਆਰਾ ਤਾਲ, ਤਾਲ ਦਾ ਸਰੋਵਰ। ਸਰੋਵਰ ਕਦੇ ਹਰਾ ਭਰਾ, ਇੱਥੇ ਸਰੋਵਰ ਤੋਂ ਭਾਵੇਂ ਸੰਸਾਰ। ਹਿਰਨ ਮਨ ਦਾ ਕਮਜ਼ੋਰ ਹੈ, ਸੰਸਾਰ ਬੜਾ ਹਰਿਆ ਭਰਿਆ ਹੈ। ਇਹਦਾ ਜੀ ਕਰਦੇ ਕਦੇ ਮੈਂ ਉਹ ਹਰੀ ਚੀਜ਼ ਖਾਵਾਂ, ਕਦੇ ਮੈਂ ਉਹ ਖਾਵਾਂ, ਕਦੇ ਮੈਂ ਉਹ ਖਾਵਾਂ। ਤੇ ਹਰੇ ਭਰੇ ਤੋਂ ਕੀ ਭਾਵ ਹੈ? ਬੁਰਾਈਆਂ ਹੀ ਬੁਰਾਈਆਂ ਨੇ। ਮਨ ਕਮਜ਼ੋਰ ਹੈ ਤੇ ਸੰਸਾਰ 'ਚ ਬੁਰਾਈਆਂ ਹੀ ਬੁਰਾਈਆਂ ਹਨ। ਲਾਖ ਅਹੇਰੀ ਏਕ ਜੀਓ, ਅਹੇਰੀ ਦਾ ਸ਼ਿਕਾਰੀ। ਇਹ ਜਿੱਦ ਤੇ ਇੱਕ ਹੈ, ਸ਼ਿਕਾਰੀ ਲੱਖਾਂ ਹੀ ਨੇ। ਮਨੁੱਖ ਇੱਕ ਹੈ, ਉਹ ਵੀ ਮਨ ਦਾ ਕਮਜ਼ੋਰ ਹੈ। ਆਲੇ ਦੁਆਲੇ ਬੁਰਾਈਆਂ ਬਹੁਤ ਨੇ ਤੇ 99% ਲੋਕਾਂ ਨੂੰ ਬੁਰਾਈ ਹੀ ਚੰਗੀ ਲੱਗਦੀ ਹੈ। 99% ਲੋਕਾਂ ਨੂੰ ਬੁਰਾਈ ਚੰਗੀ ਲੱਗਦੀ। ਤੁਸੀਂ ਕਹੋ ਕਿਉਂ ਲੱਗਦੀ ਹੈ ਚੰਗੀ? ਚੰਗਿਆਈ ਕਿਉਂ ਨਹੀਂ ਚੰਗੀ ਲੱਗਦੀ? ਜਿਹਦੇ ਅੰਦਰ ਪਹਿਲਾਂ ਹੀ ਬੁਰਾਈ ਹੈ ਉਹਨੂੰ ਬੁਰਾਈ ਹੀ ਚੰਗੀ ਲੱਗੇਗੀ। ਜਿਹਦੇ ਅੰਦਰ ਬੁਰਾਈ ਨਹੀਂ ਹੈ ਉਹਨੂੰ ਬੁਰਾਈ ਚੰਗੀ ਨਹੀਂ ਲੱਗੇਗੀ, ਕਿਉਂਕਿ ਉਹਦੇ ਅੰਦਰ ਹੈ ਹੀ ਨਹੀਂ ਉਹ। ਤੁਸੀਂ ਕਿਸੇ ਚੀਜ਼ ਨੂੰ ਅੱਗ ਲਾਉਣੀ ਹੈ, ਉਸੇ ਚੀਜ਼ ਨੂੰ ਅੱਗ ਲੱਗ ਸਕਦੀ ਹੈ ਜਿਸ ਦੇ ਵਿੱਚ ਪਹਿਲਾਂ ਹੀ ਅੱਗ ਹੈ। ਲੱਕੜ 'ਚ ਅੱਗ ਹੈ, ਇਸੇ ਲੱਕੜ ਨੂੰ ਬਾਹਰੋਂ ਵੀ ਅੱਗ ਲੱਗਦੀ। ਲੋਹੇ 'ਚ ਅੱਗ ਨਹੀਂ ਹੈ, ਉਹਨੂੰ ਨਹੀਂ ਅੱਗ ਲੱਗੇਗੀ। ਕਾਗਜ਼ ਦੇ ਵਿੱਚ ਅੱਗ ਹੈ, ਇਸ ਲਈ ਬਾਹਰੋਂ ਅੱਗ ਲੱਗ ਜਾਂਦੀ ਹੈ। ਬਾਹਰੋਂ ਉਸੇ ਚੀਜ਼ ਦਾ ਅਸਰ ਹੁੰਦਾ ਹੈ ਜਿਹੜੀ ਚੀਜ਼ ਸਾਡੇ ਅੰਦਰ ਹੈ। ਅਗਰ ਮੈਂ ਵੀ ਪਿਛਲੇ ਜਨਮ ਸ਼ਰਾਬ ਪੀਂਦਾ ਹੁੰਦਾ, ਮੀਟ ਖਾਂਦਾ ਹੁੰਦਾ, ਮੈਂ ਜ਼ਰੂਰ ਇਸ ਜਨਮ 'ਚ ਵੀ ਸ਼ਰਾਬ ਪੀਣੀ ਸੀ, ਮੀਟ ਖਾਣਾ ਸੀ, ਬਾਅਦ 'ਚ ਭਾਵੇਂ ਛੱਡ ਦਿੰਦਾ। 7 ਜਨਮ ਤਾਂ ਮਹਾਂਪੁਰਖਾਂ ਨੇ ਮੈਨੂੰ ਦਿਖਾ ਤੇ ਸਨ, ਤੇਰੇ ਆਹ 7 ਜਨਮ ਨੇ, ਵੀ ਤੂੰ 7 ਜਨਮਾਂ ਤੋਂ ਵੈਸ਼ਨੂੰ ਤੁਰਿਆ ਰਿਹਾ ਹੈ। ਇਸ ਲਈ ਮੇਰੇ ਅੰਦਰ ਉਹ ਮੀਟ ਸ਼ਰਾਬ ਵਾਲੀ ਕੋਈ ਗੱਲ ਹੀ ਨਹੀਂ ਸੀ, ਇਸ ਲਈ ਉਹ ਮੈਨੂੰ ਚੰਗੀ ਹੋਈ ਨਾ ਲੱਗੀ।
ਜਿਹੜੀ ਚੀਜ਼ ਸਾਡੇ ਅੰਦਰ ਹੁੰਦੀ ਹੈ ਨਾ, ਉਹੀ ਬਾਹਰੋਂ ਅਸੀਂ ਕੈਚ ਕਰਦੇ ਹਾਂ। ਮਨੁੱਖ ਦੇ ਅੰਦਰ ਬੁਰਾਈਆਂ ਜ਼ਿਆਦਾ ਨੇ, ਚੰਗਿਆਈਆਂ ਘੱਟ ਨੇ, ਇਸ ਲਈ ਬੁਰੀ ਗੱਲ ਦਾ ਸਾਡੇ 'ਤੇ ਛੇਤੀ ਅਸਰ ਹੁੰਦਾ। ਚੰਗਿਆਈ ਘੱਟ ਹੈ, ਇਸ ਲਈ ਚੰਗੀ ਗੱਲ ਦਾ ਅਸਰ ਬਹੁਤ ਘੱਟ ਹੁੰਦਾ ਮਨੁੱਖ 'ਤੇ। ਹੋਰ ਕੋਈ ਗੱਲ ਨਹੀਂ, ਹੋਰ ਕੋਈ ਗੱਲ ਨਹੀਂ। ਅੰਦਰ ਬੁਰਾਈ ਜ਼ਿਆਦਾ ਹੈ। ਜਿੱਧਰ ਜੋ ਜ਼ਿਆਦਾ ਹੁੰਦਾ, ਤੁਸੀਂ ਕਦੇ ਦੇਖਿਓ, ਤੁਸੀਂ 20-25 ਬੰਦੇ ਖੜ੍ਹੇ ਨੇ, ਤੁਸੀਂ ਕੋਲ ਲੰਘ ਰਹੇ ਹੋ, ਉਹ ਕਾਫੀ ਖੜ੍ਹੇ ਨੇ, ਤੁਸੀਂ ਉਹਨੂੰ ਵੇਖ ਕੇ ਖੜ੍ਹ ਜਾਓਗੇ ਕਿ ਉਹ ਕਾਫੀ ਨੇ, ਉਹਨੂੰ ਵੇਖ ਕੇ ਖੜ੍ਹ ਜਾਓਗੇ। ਅਤੇ ਕੋਲ ਜਾ ਕੇ ਪਤਾ ਲੱਗੇਗਾ ਇਹ ਤਾਂ ਬਾਂਦਰੀ ਨੱਚ ਰਹੀ ਹੈ ਅਤੇ ਲੋਕ ਵੇਖ ਰਹੇ ਨੇ। ਪਰ ਤੁਸੀਂ ਇਕੱਠ ਵਾਲੇ ਪਾਸੇ ਨੂੰ ਜ਼ਰੂਰ ਜਾਓਗੇ ਇੱਕ ਵਾਰੀ, ਵੀ ਉੱਥੇ ਪਤਾ ਕੀ ਗੱਲ ਹੈ, ਲੋਕ ਬੜੇ ਇਕੱਠੇ ਹੋਏ ਨੇ। ਇਸੇ ਤਰ੍ਹਾਂ ਮਨੁੱਖ ਉਸ ਪਾਸੇ ਨੂੰ ਜ਼ਿਆਦਾ ਜਾਂਦਾ ਜੋ ਉਹਦੇ ਅੰਦਰ ਹੈ। ਮਨੁੱਖ ਦੇ ਅੰਦਰ ਬੁਰਾਈ ਜ਼ਿਆਦਾ ਹੈ, ਇਸ ਲਈ ਬਾਹਰੋਂ ਬੁਰਾਈ ਛੇਤੀ ਪਕੜਦਾ ਹੈ। ਮਨੁੱਖ ਦੇ ਅੰਦਰ ਚੰਗਿਆਈ ਘੱਟ ਹੈ, ਇਸ ਲਈ ਚੰਗੀ ਗੱਲ ਦਾ ਉਸ 'ਤੇ ਅਸਰ ਬਹੁਤ ਘੱਟ ਹੁੰਦਾ ਹੈ। ਨਹੀਂ ਤਾਂ ਅਸੀਂ ਬਾਣੀ ਪੜ੍ਹ ਕੇ ਅਤੇ ਸੁਣ ਕੇ ਹੁਣ ਨੂੰ ਏ ਕਲਾਸ ਇਨਸਾਨ ਨਾ ਹੋ ਗਏ ਹੁੰਦੇ। ਫਿਰ ਤਾਂ ਜਿੰਨੇ ਪਾਠੀ ਨੇ ਸਾਰੇ ਹੀ ਏ ਕਲਾਸ ਹੁੰਦੇ, ਮੇਰੇ ਸਮੇਤ। ਮੈਂ ਵੀ ਪਾਠੀ ਹਾਂ। ਪਰ ਨਹੀਂ, ਇਹ 'ਚ ਤਾਂ ਸਾਰੀਆਂ ਚੰਗੀਆਂ ਗੱਲਾਂ ਗੁਰਬਾਣੀ ਦੇ, ਅਤੇ ਮਾੜੀ ਗੱਲ ਹੀ ਕੋਈ ਨਹੀਂ। ਹੁਣ ਚੰਗੀ ਗੱਲ ਅਸੀਂ ਸੁਣਨ ਲਈ ਤਿਆਰ ਨਹੀਂ, ਇਸ ਲਈ ਸਾਨੂੰ ਨੀਂਦ ਆਉਂਦੀ ਹੈ, ਸਾਨੂੰ ਉਬਾਸੀਆਂ ਆਉਂਦੀਆਂ ਨੇ, ਸਾਡੀ ਕੋਈ ਰੁਚੀ ਨਹੀਂ ਹੈਗੀ। ਬਾਣੀ ਨਾਲ ਸਾਡੀ TV 'ਚ ਜ਼ਿਆਦਾ ਰੁਚੀ ਹੈ, ਫਿਲਮਾਂ 'ਚ ਜ਼ਿਆਦਾ ਰੁਚੀ ਹੈ। ਕਿਉਂ? ਬਾਣੀ ਸਾਡੇ ਅੰਦਰ ਹੀ ਨਹੀਂ ਹੈ। ਪਿਛਲੇ ਜਨਮਾਂ 'ਚ ਬਾਣੀ ਪੜ੍ਹੀ ਕੋਈ ਨਹੀਂ, ਹੁਣ ਬਾਣੀ ਪੜ੍ਹਨ ਨੂੰ ਜੀਅ ਨਹੀਂ ਕਰਦਾ। ਬਾਣੀ ਪੜ੍ਹਨ ਨੂੰ ਹੁਣ ਉਹਨਾਂ ਦੇ ਜੀਅ ਕਰਦਾ ਜਿਹੜੇ ਪਿਛਲੇ ਜਨਮ 'ਚ ਵੀ ਪੜ੍ਹਦੇ ਰਹੇ ਸਨ। ਸਿਮਰਨ ਕਰਨ ਨੂੰ ਵੀ ਉਹਨਾਂ ਦਾ ਜੀਅ ਹੀ ਕਰਦਾ ਜਿਹੜੇ ਪਿਛਲੇ ਜਨਮ ਸਿਮਰਨ ਕਰਦੇ ਰਹੇ ਸਨ। ਕਿਉਂ? ਪਿਛਲੇ ਜਨਮ ਸਿਮਰਨ ਕਰਦੇ ਰਹੇ, ਉਹਨਾਂ ਦੇ ਅੰਦਰ ਸਿਮਰਨ ਸੀ। ਜਦੋਂ ਉਹਨਾਂ ਸਿਮਰਨ ਦੀ ਵਡਿਆਈ ਸੁਣੀ, ਉਹ ਸਿਮਰਨ ਕਰਨ ਲੱਗ ਪਏ। ਪਿਛਲੇ ਜਨਮ 'ਚ ਉਹਨਾਂ ਦੇ ਅੰਦਰ ਬਾਣੀ ਸੀ। ਜਦੋਂ ਕਿਤੇ ਉਹਨਾਂ ਨੂੰ ਮੌਕਾ ਮਿਲਿਆ ਬਾਣੀ ਸਿੱਖਣ ਦਾ, ਉਹ ਫਟਾਫਟ ਸਿੱਖਣ ਆ ਗਏ। ਉਹਨਾਂ ਦੇ ਅੰਦਰ ਬਾਣੀ ਸੀ। ਇਸ ਲਈ ਅਸੀਂ ਛੋਟਿਆਂ ਹੁੰਦਿਆਂ ਆਪਣੇ ਬੱਚਿਆਂ 'ਚ ਵਧੀਆ ਸੰਸਕਾਰ ਪੈਦਾ ਕਰ ਰਹੇ ਨੇ, ਕਿਉਂਕਿ ਛੋਟੀ ਉਮਰ ਜਿਹੜਾ ਪ੍ਰਭਾਵ ਹੈ ਨਾ, ਉਹ ਕਈ ਵਾਰੀ ਸਾਰੀ ਉਮਰ ਰਹਿੰਦਾ ਹੈ, ਸਾਰੀ ਉਮਰ ਰਹਿੰਦਾ। ਹੁਣ ਕਹਿੰਦੇ ਮਨ ਰੂਪੀ ਹਿਰਨ ਕਮਜ਼ੋਰ ਹੈ। ਸੰਸਾਰ ਦੇ ਵਿੱਚ ਉਹਦੇ ਮਨ ਨੂੰ ਖਿੱਚਣ ਵਾਲੀਆਂ ਬੜੀਆਂ ਚੀਜ਼ਾਂ ਨੇ, ਪਰ ਹੁਣ ਇਹ ਨਹੀਂ ਪਤਾ ਇਹ ਜਿਨ੍ਹਾਂ ਵੱਲ ਤੂੰ ਜਾ ਰਿਹਾ ਨਾ, ਇਹ ਸਾਰੇ ਸ਼ਿਕਾਰੀ ਨੇ। ਇਹ ਜਾਲ ਵਿਛਾਇਆ ਹੈ ਇਹਨਾਂ ਨੇ, ਤੈਨੂੰ ਫੱਲਣਗੇ, ਤੈਨੂੰ ਫੱਲਣਗੇ। ਲੱਖ ਅਹੇਰੀ ਏਕ ਜੀਓ, ਲੱਖੇ ਸ਼ਿਕਾਰੀ ਨੇ, ਇਹ ਜਿੰਦ ਇੱਕ ਹੈ। ਕੇਤਾ ਬੰਚੋ ਕਾਲ, ਕਾਲ ਮਨੇ ਸਮਾਂ। ਕਿੰਨਾ ਸਮਾਂ ਮੈਂ ਇਹਨਾਂ ਸ਼ਿਕਾਰੀਆਂ ਤੋਂ ਬਚ ਸਕਦਾ? ਆਏ ਜਨਨ ਦੇ ਅੜਿੱਕੇ, ਬੁਰਾਈਆਂ ਦੇ ਅੜਿੱਕੇ ਬੰਦਾ ਆ ਜਾਂਦਾ ਹੈ। ਆਲੇ ਦੁਆਲੇ ਤੁਹਾਡੇ ਆਲੇ ਦੁਆਲੇ ਬੁਰੇ ਹੀ ਬੰਦੇ ਰਹਿੰਦੇ ਨੇ, ਅਤੇ ਉਹਨਾਂ ਦਾ ਪ੍ਰਭਾਵ ਤੁਹਾਡੇ 'ਤੇ ਪਏਗਾ ਹੀ ਪਏਗਾ। ਜੇ ਤੁਸੀਂ ਬੁਰਿਆਂ ਦੇ ਵਿੱਚ ਰਹਿ ਰਹੇ ਹੋ ਤਾਂ ਉਹਨਾਂ ਦਾ ਤੁਹਾਡੇ 'ਤੇ ਅਸਰ ਹੋ ਸਕਦਾ ਹੈ। ਇਹ ਤਾਂ ਕਬੀਰ ਸਾਹਿਬ ਵਰਗੇ ਹੀ ਕਹਿ ਸਕਦੇ ਨੇ, ਕਬੀਰਾ ਤੇਰੀ ਝੌਂਪੜੀ ਗਲ ਕਟੀਜਨ ਕੇ ਪਾਸ, ਕਰੇਂਗੇ ਸੋ ਭਰੇਂਗੇ ਤੂੰ ਕਿਉਂ ਭਇਓ ਉਦਾਸ। ਭਾਵੇਂ ਗੁਰੂ ਗ੍ਰੰਥ ਦਰਜ ਨਹੀਂ, ਪਰ ਕਬੀਰ ਸਾਹਿਬ ਦੀ ਬਾਣੀ ਗਿਣੀ ਗਈ ਹੈ ਵੀ ਹੇ ਕਬੀਰ, ਜਿਹੜੇ ਦੂਜਿਆਂ ਦਾ ਗਲ ਵੱਢਦੇ ਨੇ, ਜੋ ਦੂਜਿਆਂ ਨੂੰ ਕਤਲ ਕਰਦੇ ਨੇ, ਤੇਰੀ ਝੌਂਪੜੀ ਉਹਨਾਂ ਦੇ ਕੋਲ ਨੇੜੇ ਹੈ। ਕਬੀਰ ਤੇਰੀ ਝੌਂਪੜੀ ਗਲ ਕਟੀਆਂ ਕੇ ਪਾਸ, ਪਰ ਕਦੇ ਜੋ ਕਰਾਂਗੇ ਸੋ ਭਰਾਂਗੇ। ਜਿਹੜੇ ਗਲ ਵੱਢਣਗੇ ਆਪੇ ਉਹਨਾਂ ਦੇ ਵੱਢੇ ਜਾਣਗੇ, ਤੂੰ ਕਿਉਂ ਭਇਓ ਉਦਾਸ, ਤੂੰ ਕਿਉਂ ਉਦਾਸ ਹੈ? ਆਪੇ ਜਿਹੜਾ ਕਰੇਗਾ ਭਰੇਗਾ, ਤੂੰ ਆਪਣਾ ਆਨੰਦ 'ਚ ਰਹਿ।
ਪਰ ਗੁਰਬਾਣੀ ਦੇ ਵਿੱਚ ਇਹ ਲਾਈਨ ਨਹੀਂ ਪਾਈ। ਕਿਉਂ ਨਹੀਂ ਆਈ? ਹੁਣ ਸਵਾਲ ਪੈਦਾ ਹੁੰਦਾ ਵੇ, ਕੋਈ ਸਧਿਆਈ ਨਹੀਂ ਬਾਣੀ ਹੈ, ਇਹ ਲਾਈਨ ਕਿਉਂ ਨਹੀਂ ਆਈ? ਕਿ ਗੁਰੂ ਮਹਾਰਾਜ ਨੂੰ ਪਤਾ ਸੀ ਐਸਾ ਹੋ ਹੀ ਨਹੀਂ ਸਕਦਾ ਹੈ। ਤੁਸੀਂ ਜਿਹੋ ਜਿਹੇ ਲੋਕਾਂ ਦੇ ਵਿੱਚ ਰਹਿੰਦੇ ਹੋ ਉਹਨਾਂ ਦਾ ਪ੍ਰਭਾਵ ਤੁਹਾਡੇ 'ਤੇ ਹੋ ਜਾਣਾ ਹੈ। ਹੁਣ ਇਸ ਲਈ ਉਹਨਾਂ ਲੋਕਾਂ ਦੇ ਵਿੱਚ ਹੀ ਨਹੀਂ ਰਹਿਣਾ, ਮਾੜਿਆਂ ਦੇ ਵਿੱਚ ਹੀ ਨਹੀਂ ਰਹਿਣਾ, ਮਾੜਿਆਂ ਨਾਲ ਦੋਸਤੀ ਨਹੀਂ ਪਾਣੀ, ਮਾੜਿਆਂ ਨਾਲ ਰਿਸ਼ਤੇਦਾਰੀ ਨਹੀਂ ਰੱਖਣੀ। ਜੁਆਈ ਲੱਭ ਲਿਆ ਪੀਣ ਵਾਲਾ, ਧੀ ਚਾਹੁੰਦੀ ਨਹੀਂ। ਫਿਰ ਮੈਨੂੰ ਕੋ ਬਾਬਾ ਜੀ ਮੇਰਾ ਘਰ ਵਾਲਾ ਸ਼ਰਾਬ ਪੀਂਦਾ ਜੀ, ਮੈਂ ਤੇਰਾ ਬਾਪ ਵੀ ਪੀਂਦਾ। ਨਹੀਂ ਹੁਣ ਤਾਂ ਨਹੀਂ ਪੀਂਦਾ, ਮੈਂ ਜੇ ਤੇਰਾ ਵਿਆਹ ਹੋਇਆ ਸੀ ਉਦੋਂ ਪੀਂਦਾ ਸੀ ਨਾ। ਹਾਂ ਜੀ ਉਦੋਂ ਤਾਂ ਪੀਂਦਾ ਸੀ। ਮੈਂ ਪੀਣ ਵਾਲਾ ਨਾ, ਪੀਣ ਵਾਲਾ ਹੀ ਜੁਆਈ ਲੱਭੇਗਾ ਤਾਂ ਉਹਦੀ ਸੇਵਾ ਹੋਵੇਗੀ। ਉਹ ਕਬਲ ਹੈ। ਪੀਣ ਵਾਲਾ ਬੰਦਾ ਕਦੇ ਵੀ ਆਪਣਾ ਜੁਆਈ ਵੈਸ਼ਨੂੰ ਨਹੀਂ ਲੱਭੇਗਾ, ਯਾਦ ਰੱਖਿਓ। ਉਹ ਪੀਣ ਵਾਲਾ ਹੀ ਲੱਭੇਗਾ। ਇਸ ਲਈ ਮੇਰੀਆਂ ਭਰਜਾਈਆਂ ਨੇ ਕਦੇ ਵੀ ਨਹੀਂ ਸਿੱਖਿਆ ਸਾਡੇ ਭਰਾਵਾਂ ਨੂੰ ਤੁਸੀਂ ਕਿਉਂ ਨਾ ਪੀਆ ਕਰੋ। ਕਿਉਂ? ਉਹਨਾਂ ਨੂੰ ਪਤਾ ਸੀ ਸਾਡਾ ਤਾਂ ਆਪਣਾ ਬਾਪ ਪੀਂਦਾ, ਅਤੇ ਸਾਡਾ ਘਰ ਵਾਲਾ ਕਹੇ ਪਹਿਲਾਂ ਆਪਣੇ ਬਾਪ ਤੋਂ ਛੁਡਵਾ ਫਿਰ ਮੈਂ ਛੱਡੂ। ਇਹ ਲਈ ਉਹਨਾਂ ਕਦੇ ਨਹੀਂ ਸਿੱਖਿਆ ਮੇਰੇ ਭਰਾਵਾਂ ਨੂੰ। ਮੇਰੀ ਕਿਸੇ ਭਰਜਾਈ ਨੇ ਮੇਰੇ ਕਿਸੇ ਭਰਾ ਨੂੰ ਨਹੀਂ ਸਿੱਖਿਆ ਵੀ ਤੁਸੀਂ ਨਾ ਪੀਆ ਕਰੋ, ਕਦੇ ਹੀ ਨਹੀਂ ਕਿਹਾ। ਇਸ ਲਈ ਲੜਾਈ ਨਹੀਂ ਸੀ ਹੁੰਦੀ, ਨਾ ਟੋਕ ਟਕਾਈ ਕਰਦੇ ਸੀ ਨਾ ਲੜਾਈ ਹੁੰਦੀ ਸੀ। ਟੋਕ ਟਕਾਈ ਤੋਂ ਹੀ ਲੜਾਈ ਹੋਣੀ ਹੈ। ਮੈਂ ਤੂੰ ਗਾਲਾਂ ਕੱਢ ਆਪਣੇ ਬਾਪ ਨੂੰ, ਪਤੀ ਨੂੰ ਕੁਛ ਨਾ ਕਹਿ ਵੀ ਸੜ ਜਣਿਆ ਬਾਪੂਗਾ ਤੂੰ ਮੈਨੂੰ ਕਿੱਥੇ ਸ਼ਰਾਬੀ ਦੇ ਵਿਆਹ 'ਤੇ ਜਦੋਂ ਪੇਕੇ ਜਾ ਕੇ ਗਾਲਾਂ ਕੱਢੀ ਜਾ ਕਰ ਆਪਣੇ ਬਾਪ। ਹੁਣ ਇਸ ਤਰ੍ਹਾਂ ਕੌਣ ਕਰੇ? ਨਹੀਂ ਜੀ ਕੋਈ ਪਾੜ ਦੇ ਦਿਓ ਜੀ। ਪਾੜ ਤਾਂ ਚਲੋ ਦੇਣੇ ਹੀ ਸੀ, ਪਰ ਮੈਂ ਪਹਿਲਾਂ ਉਹਨੂੰ ਅਸਲੀਅਤ ਦੱਸੀ ਵੀ ਪੀਣ ਵਾਲਾ ਹੀ ਸ਼ਰਾਬੀ ਲੱਭਦਾ ਹੁੰਦਾ। ਹਾਂ ਵੈਸ਼ਨੂੰ ਨੂੰ ਕਈ ਵਾਰੀ ਅੱਗੇ ਜੁਆਈ ਸ਼ਰਾਬੀ ਲੱਭ ਸਕਦਾ। ਉਹ ਕਿਉਂ? ਕਈ ਲੋਕ ਨਾ ਛੁਪਾ ਲੈਂਦੇ ਨੇ, ਨਾ ਜੀ ਮੈਂ ਤਾਂ ਨਹੀਂ ਕਦੇ ਪੀਤੀ ਜੀ, ਜੋ ਵਿਆਹ ਹੋ ਗਿਆ ਹੈ ਉਹ ਫਿਰ ਪੀਂਦਾ। ਸਾਡੇ ਇੱਕ ਸਤਸੰਗੀ ਹੈ, ਉਹਨੇ ਆਪਣੀ ਲੜਕੀ ਵਿਆਹੀ, ਵਿਚੋਲਾ ਕਹੇ ਨਾ ਜੀ ਮੁੰਡਾ ਤਾਂ ਵੈਸ਼ਨੂੰ ਹੈ ਜੀ, ਵਿਆਹ ਪਹਿਲੇ ਦਿਨ ਹੀ ਪੀ ਕੇ ਆ ਗਿਆ। ਲੜਕੀ ਅੰਮ੍ਰਿਤਧਾਰੀ ਹੈ, ਘਰ ਵਾਲਾ ਸ਼ਰਾਬੀ ਟੱਕਰ ਗਿਆ ਹੈ। ਬੇਸਵਾਦੀ ਗਿਰ ਸਾਰੀ, ਨਾ ਛੱਡਣ ਜੋਗੇ ਨਾ ਰੱਖਣ ਜੋਗੇ। ਕਈ ਵਾਰੀ ਇਸ ਤਰ੍ਹਾਂ ਧੋਖਾ ਕਰਦੇ ਨੇ ਕੋਈ ਲੋਕ। ਤਾਂ ਹੀ ਜਿਹੜਾ ਹੈ ਇਹ ਜਿਹੜੇ ਵਿਚੋਲਿਆਂ ਨੂੰ ਗਾਲਾਂ ਪੈਂਦੀਆਂ ਨੇ, ਇਸ ਲਈ ਪੈਂਦੀਆਂ। ਕਹਿੰਦੇ ਵਿੱਚ ਓਲਾ, ਵਿਚੋਲਾ ਵਿੱਚ ਓਲਾ। ਓਲਾ ਸੱਚ ਨਹੀਂ ਦੱਸਣੀ ਦੂਜੀ ਪਾਰਟੀ ਨੂੰ, ਇੱਕ ਪਾਸੇ ਵੱਲ ਦਾ ਝੁਕਾਅ ਹੁੰਦਾ। ਉਹਨਾਂ ਨੂੰ ਬੜੇ ਵਧੀਆ ਨੇ ਜੀ, ਕੋਈ ਫਿਕਰ ਨਾ ਕਰੋ ਜੀ। ਕਿਉਂ? ਦੋਨੋਂ ਪਾਸੇ ਸੂਟ ਮਿਲਣੇ ਨੇ, ਬਸ ਹੋਰ ਉੱਥੇ ਕੀ ਹੈ, ਬਾਕੀ ਸਾਰੀ ਉਮਰ ਗਾਲਾਂ ਹੀ ਮਿਲਣੀਆਂ ਨੇ। ਸੋ ਇਸ ਲਈ ਕਹਿੰਦੇ ਲਾਖ ਹੇਰੀ ਏਕ ਜੀਓ ਕੇਤਾ ਬੰਚੋ ਕਾਲ। ਲੱਖਾਂ ਸ਼ਿਕਾਰੀ ਨੇ, ਕਹਿੰਦੇ ਮੈਂ ਇਕੱਲਾ, ਉਹ ਵੀ ਕਮਜ਼ੋਰ ਹਾਂ, ਦੂਬਲਾ ਹਾਂ, ਮੋਟਾ ਤਾਜ਼ਾ ਵੀ ਨਹੀਂ ਹਾਂ, ਮਨ ਦਾ ਮਜ਼ਬੂਤ ਨਹੀਂ ਹਾਂ, ਮਨ ਦਾ ਕਮਜ਼ੋਰ ਹਾਂ, ਆਲੇ ਪਾਸੇ ਬੁਰਾਈਆਂ ਹੀ ਬੁਰਾਈਆਂ ਆਲੇ ਦੁਆਲੇ। ਇਹ ਕਹਿੰਦੇ ਮੈਂ ਕਿੰਨੀ ਕੁ ਦੇਰ ਬਚ ਸਕਦਾ ਹਾਂ। ਕਬੀਰ ਗੰਗਾ ਤੀਰ ਜੋ ਘਰ ਕਰੈਂ, ਪੀਵੇਂ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਈਆਂ ਦਾ ਵਿਚਾਰ ਹੈ, ਬਹੁਤ ਸਾਰੇ ਹਿੰਦੂ ਵੀਰਾਂ ਦਾ, ਕਿ ਧਾਰਮਿਕ ਸਥਾਨ 'ਤੇ ਜਾ ਕੇ ਵਸੋ, ਜੇ ਉੱਥੇ ਮਰ ਗਏ ਸਵਰਗਾਂ ਨੂੰ ਜਾਵਾਂਗੇ, ਸਵਰਗਾਂ ਨੂੰ ਜਾਵਾਂਗੇ। ਪਰ ਸਿੱਖ ਧਰਮ ਇਸ ਗੱਲ ਨੂੰ ਨਹੀਂ ਮੰਨਦਾ। ਉਹ ਥਾਂ ਤੁਹਾਨੂੰ ਕੋਈ ਨਹੀਂ ਮਾਨਤਾ ਦਿੰਦਾ। ਕਬੀਰ ਸਾਹਿਬ ਕਹਿ ਰਹੇ ਨੇ, ਕਬੀਰ ਗੰਗਾ ਤੀਰ ਜੋ ਘਰ ਕਰ, ਤੀਰ ਦਾ ਕਿਨਾਰਾ। ਹੇ ਇਨਸਾਨ, ਜੇ ਤੂੰ ਗੰਗਾ ਦੇ ਕਿਨਾਰੇ 'ਤੇ ਵੀ ਘਰ ਬਣਾ ਲੈ ਨਾ, ਪੀਵੇਂ ਨਿਰਮਲ ਨੀਰ, ਤੇ ਰੋਜ਼ ਗੰਗਾ ਦਾ ਪਵਿੱਤਰ ਪਾਣੀ ਪੀਵੇਂ, ਪਰ ਕਹਿੰਦੇ ਬਿਨ ਹਰ ਭਗਤ ਨਾ ਮੁਕਤ ਹੋਏ। ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ।
ਕਿਤੇ ਕਹੇ ਹਾਂ ਜੀ ਮੈਂ ਤੇ ਹਰਿਦੁਆਰ ਰਹਿਣਾ ਜੀ, ਮੈਂ ਤੇ ਰੋਜ਼ ਗੰਗਾ ਜਲ ਛਕਦਾ ਜੀ, ਕਹਿੰਦੀ ਇਸ ਤਰ੍ਹਾਂ ਨਹੀਂ ਮੁਕਤੀ ਮਿਲਣੀ। ਮੁਕਤੀ ਤੇ ਨਾਮ ਜਪ ਕੇ ਮਿਲਣੀ ਹੈ। ਇਹ ਨਹੀਂ ਕਿ ਗੁਰਦੁਆਰੇ ਦੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਨੇ, ਹਾਂ ਜੀ ਬਸ ਉਹ ਸਰੋਵਰ ਦੀਆਂ ਚੁਲੀਆਂ ਭਰੋ ਜੀ, ਤੇ ਪਤਾ ਨਹੀਂ ਵੀ ਆਲੇ ਦੁਆਲੇ ਰਹਿਣ ਨਾਲ ਅਸੀਂ ਮੁਕਤ ਹੋ ਜਾਵਾਂਗੇ। ਜਿੰਨਾ ਚਿਰ ਮਨੁੱਖ ਨਾਮ ਨਹੀਂ ਜਪਦਾ ਇਹ ਮੁਕਤ ਨਹੀਂ ਹੁੰਦਾ, ਇਹ ਮੁਕਤ ਨਹੀਂ ਹੋਏਗਾ। ਇਉਂ ਕਹਿ ਰਮੇ ਕਬੀਰ, ਕਬੀਰ ਸਭ ਇਸ ਤਰ੍ਹਾਂ ਕਹਿ ਕੇ ਚੱਲਦੇ ਬਣੇ। ਉਹਨਾਂ ਨੂੰ ਸਮਝਾਤਾ ਹੈ ਕਿਤੇ ਤੁਸੀਂ ਸਮਝੋ ਵੀ ਅਸੀਂ ਤਾਂ ਗੰਗਾ ਦੇ ਕੰਢੇ 'ਤੇ ਰਹਿੰਦੇ ਹਾਂ, ਰੋਜ਼ ਗੰਗਾ ਜਲ ਪੀਂਦੇ ਹਾਂ, ਬਸ ਅਸੀਂ ਤਾਂ ਮੁਕਤ ਹੋ ਜਾਵਾਂਗੇ। ਕਹਿੰਦੇ ਇਸ ਤਰ੍ਹਾਂ ਤੁਸੀਂ ਮੁਕਤ ਨਹੀਂ ਹੋਵੋਗੇ, ਤੁਸੀਂ ਨਾਮ ਜਪ ਕੇ ਹੀ ਮੁਕਤ ਹੋਵੋਗੇ। ਕਹਾਵਤ ਹੈ ਨਾ, ਮਨ ਹੋਵੇ ਚੰਗਾ ਕੁਠਾਲੀ ਵਿੱਚ ਗੰਗਾ। ਜਿਹੜੀ ਚਮਿਆਰ ਜਿਹੜੇ ਜੁੱਤੀਆਂ ਗੰਢਦਾ ਉਹਦੇ ਅੱਗੇ ਜਿਹੜਾ ਭਾਂਡਾ ਹੁੰਦਾ ਜਿਸ 'ਚ ਉਹਨੇ ਪਾਣੀ ਰੱਖਿਆ ਹੁੰਦਾ ਚਮੜਾ ਗਿੱਲਾ ਕਰਨ ਲਈ, ਉਹਨੂੰ ਕਹਿੰਦੇ ਕੁਠਾਲੀ, ਉਹਨੂੰ ਕਹਿੰਦੇ ਕੁਠਾਲੀ। ਮਨ ਹੋਵੇ ਚੰਗਾ ਕੁਠਾਲੀ ਵਿੱਚ ਗੰਗਾ। ਕਹਿ ਜੇ ਮਨ ਚੰਗਾ ਤਾਂ ਕੁਠਾਲੀ ਜਿਹੜਾ ਪਾਣੀ ਇਹ ਗੰਗਾ ਹੀ ਹੈ, ਗੰਗਾ ਜਾਣ ਦੀ ਲੋੜ ਨਹੀਂ ਹੈਗੀ, ਇਹੀ ਗੰਗਾ ਹੈ, ਇਹੀ ਗੰਗਾ। ਗੱਲ ਤੇ ਮਨ ਨੂੰ ਸ਼ੁੱਧ ਕਰਨ ਦੀ ਹੈ। ਮਨ ਸਾਫ਼ ਨਹੀਂ ਤੇ ਚਾਹੇ ਰੋਜ਼ ਗੁਰਦੁਆਰੇ ਮੰਦਿਰਾਂ ਜਿੱਥੇ ਮਰਜ਼ੀ ਜਾਈ ਜਾਓ, ਨਹੀਂ ਗੱਲ ਬਣਦੀ। ਗੁਰਦੁਆਰੇ ਮੰਦਿਰ ਤਾਂ ਇਸ ਲਈ ਨਹੀਂ ਕਿ ਸਾਡਾ ਮਨ ਸਾਫ਼ ਹੋ ਜਾਏ, ਅਸੀਂ ਉੱਥੇ ਜਾ ਕੇ ਬੁਰਾਈ ਛੱਡ ਆਈਏ। ਚੋਰ ਗਿਆ ਗੁਰਦੁਆਰੇ, ਆ ਕੇ ਫਿਰ ਚੋਰੀਆਂ ਕਰਦਾ, ਜੈਸਾ ਗਿਆ ਜੈਸਾ ਨਾ ਗਿਆ। ਉਹ ਤਾਂ ਹਾਥੀ ਦੇ ਇਸ਼ਨਾਨ ਵਾਂਗੂ ਹੈ। ਹਾਥੀ ਨੂੰ ਨਹਾ ਦਿਓ, ਸੁੰਡ 'ਚ ਚਿੱਕੜ ਪਾ ਕੇ ਫਿਰ ਆਪਣੇ ਉੱਤੇ ਸੁੱਟ ਲੈਂਦਾ। ਧਾਰਮਿਕ ਸਥਾਨ 'ਤੇ ਜਾਣ ਦਾ ਮਤਲਬ ਹੈ ਤੁਸੀਂ ਕੋਈ ਨਾ ਕੋਈ ਬੁਰਾਈ ਛੱਡ ਕੇ ਆਵੋ। ਦੋ ਬੀਬੀਆਂ ਨੇ ਕਿਤੇ ਸੁਣ ਲਿਆ ਵੀ ਜਦੋਂ ਗੰਗਾ ਜਾਈਏ ਨਾ ਕੋਈ ਚੀਜ਼ ਛੱਡ ਕੇ ਆਈ ਦੀ ਹੈ। ਇੱਕ ਕਹਿੰਦੀ ਹੇ ਗੰਗਾ ਮਾਈ ਮੈਂ ਅੱਜ ਤੋਂ ਆਲੂ ਖਾਣੇ ਛੱਡੇ। ਦੂਜੀ ਕਹਿੰਦੀ ਹੇ ਗੰਗਾ ਮਾਈ ਮੈਂ ਅੱਜ ਤੋਂ ਬੈਂਗਣ ਖਾਣੇ ਛੱਡੇ। ਕੋਲੋਂ ਕੋਈ ਸਾਧੂ ਲੰਘ ਰਿਹਾ, ਕਹਿੰਦੇ ਬੀਬੀਓ ਰੋਟੀ ਪਾਣੀ ਨਹੀਂ ਛੱਡਣਾ। ਐਂ ਕਹੋ ਅੱਜ ਤਾਂ ਮੈਂ ਚੁਗਲੀ ਛੱਡੀ, ਅੱਜ ਤਾਂ ਮੈਂ ਨਿੰਦਿਆ ਛੱਡੀ, ਅੱਜ ਤਾਂ ਮੈਂ ਝੂਠ ਬੋਲਣਾ ਛੱਡਿਆ, ਅੱਜ ਤਾਂ ਮੈਂ ਚੋਰੀ ਛੱਡੀ। ਬੁਰਾਈ ਛੱਡ ਕੇ ਜਾਓ, ਨਾ ਕਿ ਰੋਟੀ ਪਾਣੀ ਛੱਡ ਜੇ ਇੱਥੇ ਆ ਕੇ। ਕੋਈ ਇੱਕ ਸਬਜ਼ੀ ਨਾ ਖਾਵਾਂਗੇ ਸਰੀ ਜਾਊਗਾ। ਸਬਜ਼ੀ ਛੱਡਣੀ ਆਸਾਨ ਹੈ, ਬੁਰਾਈ ਛੱਡਣੀ ਬੜੀ ਔਖੀ ਹੈ। ਬੁਰਾਈ ਛੱਡਣੀ ਬੜੀ ਔਖੀ ਹੈ। ਅਤੇ ਬੰਦੇ 'ਚ ਬਹੁਤੀਆਂ ਬੁਰਾਈਆਂ ਨਹੀਂ ਹੁੰਦੀਆਂ, ਇੱਕ ਦੋ ਹੀ ਹੁੰਦੀਆਂ ਨੇ। ਜਿਹੜੀ ਖਾਸ ਕਰ ਬੁਰਾਈਆਂ ਉਹ ਇੱਕ ਦੋ ਹੀ ਹੁੰਦੀਆਂ ਨੇ। ਕਿਸੇ ਬੰਦੇ ਕੋਲ 100-200 ਬੁਰਾਈਆਂ ਨਹੀਂ ਹੁੰਦੀਆਂ, ਇੱਕ ਦੋ ਹੀ ਹੁੰਦੀਆਂ ਜਿਹੜੇ ਉਹਦਾ ਪੱਠਾ ਹੁੰਦੀਆਂ ਨੇ। ਸੋ ਧਾਰਮਿਕ ਸਥਾਨ 'ਤੇ ਜਾਣ ਦਾ ਮਤਲਬ ਹੈ ਕਿ ਅਸੀਂ ਉੱਥੇ ਕੋਈ ਨਾ ਕੋਈ ਬੁਰਾਈ ਛੱਡ ਕੇ ਆਉਣੀ। ਜਿਵੇਂ ਸਾਡਾ ਇੱਕ ਸਤਸੰਗੀ ਹਜ਼ੂਰ ਸਾਹਿਬ ਗਿਆ, ਉੱਥੋਂ ਅੱਗੇ ਕਰਨਾਟਕ ਦੇ ਵਿੱਚ ਬਿਦਰ ਹੈ, ਬਿਦਰ ਜਾਣਾ ਸੀ। ਉੱਧਰ ਕਰਫਿਊ ਲੱਗ ਗਿਆ ਕਿਸੇ ਕਾਰਨ। ਹੁਣ ਵਾਪਸ ਮੁੜਨਾ, ਵਾਪਸ ਦੀਆਂ ਟਿਕਟਾਂ ਵੀ ਬੁੱਕ ਕਰਾਈਆਂ ਹੋਈਆਂ ਨੇ। ਉਹਨੇ ਕਿਹਾ ਵੀ ਉਹ ਬਈ ਜੇ ਕੱਲ੍ਹ ਨੂੰ ਕਰਫਿਊ ਨਾ ਖੁੱਲ੍ਹਿਆ, ਹੁਣ ਪਰਸੋਂ ਤਾਂ ਮੈਂ ਗੱਡੀ ਫੜਨੀ ਹੈ, ਵੀ ਮੈਂ ਤਾਂ ਫਿਰ ਬਿਦਰ ਜਾ ਹੀ ਨਹੀਂ ਸਕਾਂਗਾ, ਮੇਰੇ ਤਾਂ ਵਿੱਚ ਹੀ ਰਹਿ ਜਾਏਗਾ। ਉਹ ਪੀਆ ਕਰਦੇ ਸਨ। ਉਹਨਾਂ ਨੇ ਉੱਥੇ ਖਲੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੱਚਖੰਡ 'ਚ ਖਲੋ ਕੇ ਅਰਦਾਸ ਕਰਦੀ, ਸੱਚੇ ਪਾਤਸ਼ਾਹ ਮੈਂ ਤੇਰੇ ਦਸਮ ਪਾਤਸ਼ਾਹ ਮੈਂ ਤੇਰੇ ਨਾਲ ਵਾਅਦਾ ਕਰਦਾ, ਕੱਲ੍ਹ ਨੂੰ ਜਿਹੜਾ ਕਰਫਿਊ ਲੱਗੇ ਹਟ ਜੇ, ਮੈਂ ਬਿਦਰ ਦੇ ਦਰਸ਼ਨ ਕਰ ਲਾਂ ਜਾ ਕੇ, ਮੈਂ ਮੁੜ ਕੇ ਸ਼ਰਾਬ ਨਹੀਂ ਪੀਆਂਗਾ। ਅਤੇ ਦਾਤੇ ਦੀ ਐਸੀ ਕਿਰਪਾ ਹੋਈ, ਸਵੇਰੇ ਕਰਫਿਊ ਹਟ ਗਿਆ। ਉਹ ਬਿਦਰ ਜਾ ਕੇ ਦਰਸ਼ਨ ਕਰ ਗਿਆ, ਮੁੜ ਕੇ ਨਹੀਂ ਪੀਤੀ। ਸਵਾਦ ਹੈ ਨਾ, ਛੱਡਤੀ ਬਸ। ਇਸ ਤਰ੍ਹਾਂ ਬੁਰਾਈ ਛੱਡਣੀ ਹੈ, ਨਾ ਕੋਈ ਰੋਟੀ ਪਾਣੀ ਛੱਡਣੀ, ਦਾਲ ਸਬਜ਼ੀ ਛੱਡਣੀ ਹੈ।
ਅਸੀਂ ਬੁਰਾਈਆਂ ਤਿਆਗਣੀਆਂ ਨੇ। ਐਡੇ ਉੱਚੇ ਸਥਾਨ 'ਤੇ ਗਏ, 5 ਆਪਣੇ ਤਖਤ ਨੇ, ਮੰਨ ਲਓ ਆਪਾਂ ਜਾਂਦੇ ਹਾਂ। ਹਰ ਇੱਕ ਬੰਦੇ ਨੂੰ ਪਤਾ ਮੇਰੇ 'ਚ ਕਿਹੜੀ ਬੁਰਾਈ ਹੈ। ਦੂਜਿਆਂ ਨੂੰ ਕਈ ਵਾਰੀ ਨਹੀਂ ਵੀ ਪਤਾ ਹੁੰਦਾ, ਪਰ ਬੰਦੇ ਨੂੰ ਆਪਣੇ ਆਪ ਨੂੰ ਤਾਂ ਪਤਾ ਹੁੰਦਾ ਨਾ ਵੀ ਕਿਹੜੀ ਗੱਲ ਮੇਰੇ ਅੰਦਰ ਜਿਹੜੀ ਗੁਰਬਾਣੀ ਦੇ ਵਿਰੁੱਧ ਹੈ। ਉਹ ਕਰਮ ਜਿਹੜਾ ਗੁਰਬਾਣੀ ਦੇ ਵਿਰੁੱਧ ਹੈ, ਇਹਦਾ ਮਤਲਬ ਬੁਰਾ ਕਰਮ ਹੈ। ਬਸ ਉਹ ਅਸੀਂ ਛੱਡ ਆਉਣਾ। ਪ੍ਰਤਿੱਗਿਆ ਕਰਨੀ ਨਾਲ ਗੁਰੂ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਟੂ ਬੀ ਵੈਰੀ ਫਰੈਂਕ, ਤੁਹਾਡੇ ਤੋਂ ਕੁਝ ਛਿਪਿਆ ਨਹੀਂ, ਮੇਰਾ ਮਨ ਹੈਗਾ ਕਮਜ਼ੋਰ। ਮੈਂ ਤੁਹਾਡੇ ਨਾਲ ਜਿੱਥੇ ਵਾਅਦਾ ਕਰ ਰਿਹਾ ਵੀ ਮੈਂ ਆਹ ਬੁਰਾਈ ਅੱਗੇ ਤੋਂ ਛੱਡੀ, ਤੁਸੀਂ ਹੁਣ ਮੇਰੀ ਲਾਜ ਰੱਖਣੀ, ਮੇਰੇ ਮਨ ਨੂੰ ਮਜ਼ਬੂਤ ਕਰਨਾ ਵੀ ਮੇਰਾ ਮਨ ਡੋਲੇ ਨਾ, ਮੇਰੀ ਪ੍ਰਤਿੱਗਿਆ ਪੂਰੀ ਹੋ ਜਾਏ, ਮੈਨੂੰ ਤੁਹਾਡੀ ਖੁਸ਼ੀ ਪ੍ਰਾਪਤ ਹੋਏ, ਕਿਰਪਾ ਤੁਸੀਂ ਕਰਨੀ। ਅਤੇ ਜੇ ਆਪਾਂ ਗੁਰੂ 'ਤੇ ਛੱਡ ਦਈਏ ਨਾ, ਅਤੇ ਗੁਰੂ ਮਹਾਰਾਜ ਫਿਰ ਕਿਰਪਾ ਵੀ ਕਰ ਦਿੰਦੇ ਨੇ। ਪਰ ਗਲਤ ਇਹ ਹੈ ਕਿ ਮਨੁੱਖ ਨੂੰ ਬੁਰਾਈ ਚੰਗੀ ਲੱਗਦੀ ਹੈ। ਪਤਾ ਹੈ ਕਬੀਰ ਸਾਹਿਬ ਕਹਿੰਦੇ ਜਾਣਤ ਹੀ ਔਗਣ ਕਰੇ। ਬੰਦੇ ਨੂੰ ਪਤਾ ਹੈ ਕਿ ਮੈਂ ਬੁਰਾ ਕੰਮ ਕਰ ਰਿਹਾ, ਪਰ ਜਾਣ ਬੁੱਝ ਕੇ ਕਰਦਾ। ਗਿਆਨ ਹੈ। ਕਈ ਵਾਰੀ ਮਨੁੱਖ ਬੁਰਾਈ ਨੂੰ ਛੱਡਣਾ ਚਾਹੁੰਦਾ ਹੈ। ਮੈਂ ਐਸੇ ਲੋਕਾਂ ਨੂੰ ਵੀ ਜਾਣਦਾ, ਪਰ ਉਹਨਾਂ ਤੋਂ ਛੱਡ ਨਹੀਂ ਹੁੰਦੀ। ਮੇਰੇ ਕੋਲ ਕਈ ਆਉਣਗੇ, ਬਾਬਾ ਜੀ ਮੈਂ ਸ਼ਰਾਬ ਛੱਡਣਾ ਚਾਹੁੰਦਾ, ਪਰ ਮੈਂ ਸੱਚ ਬੋਲਦਾ ਤੁਹਾਡੇ ਅੱਗੇ, ਮੇਰੇ ਤੋਂ ਛੱਡ ਨਹੀਂ ਹੁੰਦੀ ਹੈ। ਫਿਰ ਅਸੀਂ ਉਹਨੂੰ ਪਾਠ ਦਿੰਦੇ ਹਾਂ ਵੀ ਇਹਦਾ ਮਨ ਮਜ਼ਬੂਤ ਹੋ ਜਾਏ। ਇੱਛਾ ਤਾਂ ਉਹਦੀ ਹੈਗੀ, ਪਰ ਮਨ ਕਮਜ਼ੋਰ ਹੈ। ਉਹ ਪਾਠ ਉਹਦੇ ਮਨ ਨੂੰ ਮਜ਼ਬੂਤ ਕਰਨ ਦੇ ਵਿੱਚ ਇਹਦੀ ਵਿਲ ਪਾਵਰ ਤਕੜੀ ਹੋ ਜਾਏ ਅਤੇ ਫਿਰ ਡੋਲੇ ਨਾ ਇਹ। ਬਸ ਸਿਰਫ ਇਸ ਲਈ ਪਾਠ ਦਿੰਦੇ। ਡਿਪਰੈਸ਼ਨ ਹੋ ਗਿਆ ਜੀ, ਇਹਦਾ ਮਨ ਕਮਜ਼ੋਰ ਹੋ ਗਿਆ ਹੈ। ਜਦੋਂ ਮਨ ਕਮਜ਼ੋਰ ਹੋ ਗਿਆ ਤਾਂ ਉਹਨੂੰ ਕਹਿੰਦੇ ਇਹਨੂੰ ਡਿਪਰੈਸ਼ਨ ਹੋ ਗਿਆ ਹੈ। ਉਹ ਹੌਂਸਲਾ ਹੀ ਛੱਡ ਬੈਠਾ। ਕਮਜ਼ੋਰ ਮਨ ਵਾਲਾ ਹੌਂਸਲਾ ਛੱਡ ਦਿੰਦਾ ਛੇਤੀ। ਉਹਨੂੰ ਪਾੜ ਦੇ ਦੇ ਕੇ ਉਹਦਾ ਮਨ ਮਜ਼ਬੂਤ ਅਸੀਂ ਕਰਦੇ ਹਾਂ। ਜਦੋਂ ਉਹਦਾ ਮਨ ਮਜ਼ਬੂਤ ਹੋ ਜਾਂਦਾ, ਉਹ ਡਿਪਰੈਸ਼ਨ 'ਚੋਂ ਨਿਕਲ ਜਾਂਦਾ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੋ ਜਾਂਦਾ। ਆਖਿਰਕਾਰ ਬਾਣੀ ਹੈ ਇਹ, ਅਤੇ ਬਾਣੀ ਗੁਰੂ ਹੈ, ਅਤੇ ਗੁਰੂ ਨੇ ਕਿਰਪਾ ਸਿੱਖ 'ਤੇ ਕਰਨੀ ਹੀ ਕਰਨੀ ਹੈ। ਅਗਰ ਸਿੱਖ ਸੱਚੇ ਦਿਲੋਂ ਬਾਣੀ ਰਾਹੀਂ ਠੀਕ ਹੋਣਾ ਚਾਹੁੰਦਾ ਹੈ, ਉਹਨੂੰ ਵਿਸ਼ਵਾਸ ਹੈ ਕਿ ਬਾਣੀ ਸਾਡੀ ਗੁਰੂ ਹੈ, ਅਤੇ ਸਿੱਖ ਨੇ ਗੁਰੂ ਅੱਗੇ ਬੇਨਤੀ ਕਰਨੀ, ਅਤੇ ਗੁਰੂ ਜ਼ਰੂਰ ਕਿਰਪਾ ਕਰਨਗੇ ਅਤੇ ਕਰਦੇ ਨੇ। ਜੇ ਅਸੀਂ ਸੱਚੇ ਦਿਲੋਂ ਗੁਰੂ ਮਹਾਰਾਜ ਨੂੰ ਬੇਨਤੀ ਕਰੀਏ ਅਤੇ ਫਿਰ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹੇ, ਗੁਰੂ ਮਹਾਰਾਜ ਜ਼ਰੂਰ ਕਿਰਪਾ ਕਰਦੇ ਨੇ, ਕਿਉਂਕਿ ਗੁਰੂ ਦਿਆਲੂ ਹੁੰਦੇ ਨੇ। ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ, ਬਾਅਦ ਦੇ ਵਿੱਚ ਭਾਵੇਂ ਤੁਹਾਡੀ ਆਪਸ ਵਿੱਚ ਬਣ ਵੀ ਗਈ ਹੈ, ਪਰ ਨਹੀਂ। ਕਬੀਰ ਰਹੀਮ ਦਾ ਦੋਹਾ ਹੈ, ਇਹ ਜਿਹੜਾ ਪ੍ਰੇਮ ਦਾ ਧਾਗਾ ਨਾ, ਕਹਿੰਦੇ ਇਹਨੂੰ ਤੋੜੋ ਨਾ। ਜੇ ਟੁੱਟ ਗਿਆ ਨਾ, ਭਾਵੇਂ ਜੁੜ ਜਾਏ ਪਰ ਗੰਢ ਪੈ ਜਾਏਗੀ। रहीम धागा प्रेम को मत तोड़ो झटकाए, टूटा हुआ ना मिले, मिले तो गांठ पड़ जाए, गंढ पै जाएगी। जोड़ तो लांगे पर वो गंढ पै जाएगी। वो पहली गल नहीं बनया करती। बुला अनायत शाह का चेला है। चलो अनायत शाह ने कृपा करते, बुल्ले की आत्मिक अवस्था उची हो गई। बुल्ले ने अपना डेरा वसा लिया है। बड़े चेले बल के हो गए ने, बड़ा आदरमान हो गया है। अनायत शाह ने सोचा भी आपा चलो बुल्ले नूं मिल ही आईए। कई बार टीचर का जी करता मैं अपने विद्यार्थी नूं मिलावां, कई बार विद्यार्थी का जी करता मैं अपने टीचर नूं मिलावां। ਜਦੋਂ ਅਨਾਇਤ ਸ਼ਾਹ ਬੁੱਲੇ ਵੱਲ ਨੂੰ ਆ ਰਿਹਾ ਸੀ, ਅੱਗੇ ਸੰਗਤ ਬੈਠੀ ਸੀ। ਬੁੱਲੇ ਸ਼ਾਹ ਨੇ ਸੋਚਿਆ, ਉਹ
ਅਨਾਇਤ ਸ਼ਾਹ ਆ ਰਿਹਾ ਹੈ, ਇਹਦੇ ਸਤਿਕਾਰ 'ਚ ਮੈਨੂੰ ਉੱਠਣਾ ਪਵੇਗਾ ਅਤੇ ਸੰਗਤ ਸੋਚੇਗੀ ਸਾਡੇ ਗੁਰੂ ਤੋਂ ਵੀ ਵੱਡਾ ਕੋਈ ਹੈ। ਇਹ ਸੋਚ ਰਿਹਾ ਅਤੇ ਅਨਾਇਤ ਸ਼ਾਹ ਜਾਣੀ ਜਾਣ ਸੀ, ਉਹ ਉੱਥੋਂ ਹੀ ਮੁੜ ਗਏ। ਜਿਹੜੀ ਬੁੱਲੇ ਸ਼ਾਹ ਨੂੰ ਸ਼ਕਤੀ ਦਿੱਤੀ ਸੀ ਨਾ ਅਨਾਇਤ ਸ਼ਾਹ ਗੁਰੂ ਨੇ, ਉਹ ਸਾਰੀ ਖਿੱਚ ਲਈ। ਬੁੱਲਾ ਖਾਲੀ ਹੋ ਗਿਆ, ਖਾਲੀ ਹੋ ਗਿਆ। ਇੱਕ ਹੁੰਦੀ ਹੈ ਆਪਣੀ ਕਮਾਈ, ਇੱਕ ਹੁੰਦੀ ਦੂਜੇ ਦੀ ਕਿਰਪਾ। ਆਹ ਜਿਹੜੇ ਮੈਂ ਤੁਹਾਨੂੰ ਪਾਠ ਦਿੰਦਾ, ਇਹ ਮੇਰੀ ਆਪਣੀ ਕਮਾਈ ਨਹੀਂ ਹੈ। ਇਹ ਤਾਂ 2005 ਸੰਤ ਸੀਤਲ ਸਿੰਘ ਜੀ ਮਹਾਰਾਜ ਥੇੜੀ ਸਾਹਿਬ ਵਾਲੇ ਨੇ ਮੇਰੇ 'ਤੇ ਕਿਰਪਾ ਕੀਤੀ ਸੀ। ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਬਾਬਾ ਜੀ ਮੇਰੀ ਕਮਾਈ ਨਹੀਂ ਹੈ, ਇਹ ਜ਼ਿੰਮੇਵਾਰੀ ਬਹੁਤ ਭਾਰੀ ਹੈ। ਕਹਿੰਦੇ ਪਿੰਡਰ ਸਾਹਿਬ ਤੁਸੀਂ ਫਿਕਰ ਨਾ ਕਰੋ, ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ। ਮੈਂ ਜੀ ਹਾਂਜੀ ਇਹ ਗੱਲ ਹੈ ਤਾਂ ਫਿਰ ਮੈਂ ਤਿਆਰ ਹਾਂ। ਇਹ 2005 ਤੋਂ ਫਿਰ ਸ਼ੁਰੂ ਕੀਤਾ ਸੀ। ਇਹ ਉਹਨਾਂ ਦੀ ਬਖਸ਼ਿਸ਼ ਹੈ। ਅਤੇ ਜੇ ਕਿਤੇ ਮੈਨੂੰ ਹਉਮੈ ਆ ਜਾਏ ਤਾਂ ਫਿਰ ਉਹ ਆਪਣੀ ਬਖਸ਼ਿਸ਼ ਵਾਪਸ ਵੀ ਲੈ ਸਕਦੇ ਨੇ। ਚਲੋ ਜੈ ਮਲਸਿਆ ਜਿਹੋ ਜਿਹਾ ਤੂੰ ਹੈ ਹੁਣ ਉਹੋ ਜਿਹਾ ਹੀ ਹੈ, ਅਤੇ ਫਿਰ ਗੱਲ ਪੂਰੀ ਹੋਣੋਂ ਹਟ ਜਾਏਗੀ। ਜੋ ਗੱਲਾਂ ਪੂਰੀਆਂ ਹੋਣੋਂ ਹਟ ਜਾਈਆਂ, ਲੋਕ ਆਉਣੋਂ ਹਟ ਜਾਣਗੇ। ਚੱਲ ਖਾਲੀ ਹੋ ਗਿਆ, ਬੁੱਲਾ ਖਾਲੀ ਹੋ ਗਿਆ। 12 ਸਾਲ ਭੇਸ ਬਦਲ ਕੇ ਨੱਚਦਾ ਰਿਹਾ ਆਪਣੇ ਗੁਰੂ ਦੇ ਦਰ 'ਤੇ। 12 ਸਾਲ ਕਦੇ ਗੁਰੂ ਮੁਆਫ ਕਰ ਦੇਗਾ। ਉਹਦੇ ਗਾਉਂਦਾ ਰਿਹਾ, ਉਹਦੇ ਬੂਹੇ 'ਤੇ ਨਾਲ ਨੱਚਦਾ ਰਿਹਾ, ਨਾਲੇ ਗਾਉਂਦਾ ਰਿਹਾ। 12 ਸਾਲ ਬਾਅਦ ਅਨਾਇਤ ਸ਼ਾਹ ਨੂੰ ਤਰਸ ਆਇਆ, ਕਹਿੰਦਾ ਬੁੱਲਿਆ ਜਾ ਤੈਨੂੰ ਮਾਫ਼ ਕੀਤਾ, ਪਰ ਪਹਿਲਾਂ ਵਾਲੀ ਗੱਲ ਨਹੀਂ ਬਣੇਗੀ। ਉਹ ਪਹਿਲੀ ਗੱਲ ਨਹੀਂ ਬਣਦੀ ਹੁੰਦੀ। ਕਿਉਂ? ਹਉਮੈ ਆ ਗਈ। ਧਾਗਾ ਇੱਕ ਵਾਰੀ ਟੁੱਟ ਗਿਆ ਹੈ, ਜੁੜ ਤੇ ਗਿਆ ਪਰ ਗੰਢ ਪੈ ਗਈ। ਕਹਿੰਦੇ ਬੁੱਲਿਆ ਜਾ ਤੈਨੂੰ ਮਾਫ਼ ਕੀਤਾ, ਪਰ ਤੇਰੀ ਪਹਿਲੀ ਵਾਲੀ ਗੱਲ ਨਹੀਂ ਬਣੇਗੀ। ਇਹੀ ਕਾਰਨ ਕਿ ਬੁੱਲੇ ਸ਼ਾਹ ਵੀ ਪੰਚਮ ਪਾਤਸ਼ਾਹ ਕੋਲ ਆਇਆ ਸੀ, ਮੇਰੀ ਵੀ ਬਾਣੀ ਦਰਜ ਕਰ ਲਓ। ਕਹਿੰਦੇ ਬੁੱਲਿਆ ਤੇਰੀ ਬਾਣੀ 'ਚ ਨਾ ਹਉਮੈ ਹੈ, ਜਿਹਦੀ ਬਾਣੀ 'ਚ ਹਉਮੈ ਹੈ ਨਾ ਉਹਦੀ ਅਸੀਂ ਬਾਣੀ ਦਰਜ ਨਹੀਂ ਕਰਦੇ। ਕਿਸੇ ਉਹ ਸਿਰਫ ਉਹਨਾਂ ਭਗਤਾਂ ਦੀ ਬਾਣੀ ਹੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ ਜਿਹਨਾਂ ਅੰਦਰ ਹਉਮੈ ਖਤਮ ਹੋ ਗਈ ਸੀ। ਇਸ ਲਈ ਕਹਿੰਦੇ ਵੀ ਹਰੀ ਦੀ ਭਗਤੀ ਤੋਂ ਬਿਨ ਹਰ ਭਗਤ ਨਾ ਮੁਕਤ ਹੈ, ਇਉਂ ਕਹਿ ਰਮੇ ਕਬੀਰ। ਕਹਿੰਦੇ ਭਾਵੇਂ ਤੁਸੀਂ ਗੰਗਾ ਦੇ ਕਿਨਾਰੇ 'ਤੇ ਘਰ ਪਾ ਲਓ, ਚਾਹੇ ਰੋਜ਼ ਗੰਗਾ ਦਾ ਪਵਿੱਤਰ ਪਾਣੀ ਪੀਓ, ਪਰ ਤੁਸੀਂ ਮੁਕਤ ਨਹੀਂ ਹੋਵੋਗੇ। ਮੁਕਤ ਦੇ ਤੁਸੀਂ ਪਰਮਾਤਮਾ ਦਾ ਨਾਮ ਜਪ ਕੇ ਹੀ ਹੋਵੋਗੇ। ਇਹ ਗੱਲ ਕਹਿ ਕੇ ਕਹਿੰਦੇ ਕਬੀਰ ਸਾਹਿਬ ਚਲੇ ਗਏ। ਅੱਗੇ ਕਹਿੰਦੇ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਬੀਰ ਮਨ ਨਿਰਮਲ ਪਿਆ। ਜਦੋਂ ਮਨ ਭਜਨ ਬੰਦਗੀ ਕਰ ਕਰਕੇ ਐਨ ਸ਼ੁੱਧ ਅਤੇ ਪਵਿੱਤਰ ਹੋ ਜਾਵੇਗਾ। ਕਿੰਨਾ ਸ਼ੁੱਧ? ਜੈਸਾ ਗੰਗਾ ਨੀਰ, ਜਿਵੇਂ ਗੰਗਾ ਦਾ ਪਾਣੀ ਪਵਿੱਤਰ ਗਿਣਦੇ ਆਪਾਂ। ਇਹ ਤਾਂ ਅਸੀਂ ਕਾਰਖਾਨੇ ਲਾ ਕੇ ਨਾ ਕਿਨਾਰੇ 'ਤੇ ਦਰਿਆ ਦੇ, ਸਾਰਾ ਪਾਣੀ ਹੀ ਗੰਗਾ ਦਾ ਖਰਾਬ ਕਰਦਾ ਹੈ। ਨਹੀਂ ਤਾਂ ਰਿਸ਼ੀ ਭਗੀਰਥ ਹੋਇਆ ਜਿਹੜੇ ਗੰਗਾ ਲਿਆਂਦੀ ਸੀ, ਜਿਸਨੇ ਗੰਗਾ ਲਿਆਂਦੀ ਸੀ, ਜਿੱਥੇ ਹਰ ਕੀ ਪੌੜੀ ਕਹਿੰਦੇ ਨਾ, ਹਰ ਕੀ ਪੌੜੀ, ਉੱਥੇ ਬੈਠਾ ਸੀ ਉਹ। ਜਦੋਂ ਪਾਣੀ ਉਹਨੂੰ ਟੱਚ ਕੀਤਾ, ਛੂਹਿਆ, ਉਹਦੀ ਸੁਰਤ ਉਖੜੀ। ਉਹ ਬੜਾ ਖੁਸ਼ ਹੈ ਵੀ ਦਰਿਆ ਆ ਗਿਆ ਹੈ, ਆਹੀ ਮੈਂ ਮੰਗਦਾ ਸੀ। ਕਿਉਂਕਿ ਰਾਜਾ ਵੀ ਸੀ, ਉਹ ਰਾਜਾ ਵੀ ਸੀ, ਅਤੇ ਉਹ ਚਾਹੁੰਦਾ ਸੀ ਮੇਰੇ ਇਲਾਕੇ ਦੀ ਫਸਲਾਂ ਵਧੀਆ ਹੋਣ, ਪਾਣੀ ਹੋਵੇ। ਬੜੀ ਭਜਨ ਬੰਦਗੀ ਕਰਕੇ ਉਹਨੇ ਸ਼ਿਵ ਜੀ ਵਰਗਿਆਂ ਨੂੰ ਖੁਸ਼ ਕਰਕੇ ਗੰਗਾ ਧਰਤੀ 'ਤੇ ਲਿਆਂਦੀ ਹਿੰਦੂ ਧਰਮ ਅਨੁਸਾਰ। ਫਿਰ ਉਹਨੇ ਖੁਸ਼ ਹੋ ਕੇ ਗੰਗਾ ਨੂੰ 12 ਵਰ ਦਿੱਤੇ। 12 ਵਰ ਦਿੱਤੇ। ਮੈਂ ਗਿਆ ਸੀ ਹੇਮਕੁੰਟ ਸਾਹਿਬ 1980 'ਚ। ਆਉਂਦਿਆਂ ਹੈ ਮੈਂ ਗੰਗਾ ਜਲ ਲੈ ਆਇਆ ਹਰ ਕੀ ਪੌੜੀ ਤੋਂ। ਉਹਨੂੰ ਮੈਂ 3 ਸਾਲ ਰੱਖਿਆ, ਉਹ ਪਾਣੀ ਖਰਾਬ ਨਹੀਂ ਹੋਇਆ।
ਪਾਣੀ ਖਰਾਬ ਨਹੀਂ ਹੋਇਆ। ਨਹੀਂ ਤਾਂ ਕੁਝ ਸਮੇਂ ਬਾਅਦ ਪਾਣੀ ਜਾਲਾ ਪੈ ਜਾਂਦਾ। 3 ਸਾਲ ਬਾਅਦ ਮੇਰੇ ਵੱਡੇ ਭਾਈ ਸੱਸਾਂ ਨੂੰ ਮਿਲਣ ਉਹਨਾਂ ਆਪੇ ਹੀ ਫਰਿੱਜ ਖੋਲ੍ਹਿਆ, ਵਿਚਾਲੇ ਨੂੰ ਕੀ ਹਟਾਉਣਾ। ਫਰਿੱਜ ਖੁੱਲ੍ਹਿਆ, ਜਿਹੜਾ ਗੰਗਾ ਜਲ ਸੀ ਉਹਨਾਂ ਨੂੰ ਕੀ ਪਤਾ, ਉਹ ਸਾਰੇ ਹੀ ਪੀ ਗਏ। ਮੈਂ ਦੇਖੋ ਲਿਆਇਆ ਕੋਈ, ਭਾਗਾਂ 'ਚ ਕਿਸੇ ਦੇ ਪੀ ਕੋਈ ਗਿਆ। ਤਾਂ ਹੀ ਗੁਰਬਾਣੀ ਦੇ ਕੋਈ ਬੀਜਦਾ, ਕੋਈ ਵੱਢਦਾ ਹੈ, ਕੋਈ ਗਾਉਂਦਾ ਅਤੇ ਕੋਈ ਖਾਂਦਾ, ਕੋਈ ਖਾਂਦਾ। ਪਰ ਉਹਨੇ ਇਹ ਬਿਲਕੁਲ ਨਹੀਂ ਕਿਹਾ ਵੀ ਪਾਣੀ ਸਵਾਦ ਨਹੀਂ ਹੈ। 3 ਸਾਲ ਫਰਿੱਜ 'ਚ ਪਿਆ ਰਿਹਾ ਹੈ। ਪਰ ਅਸੀਂ ਕਾਰਖਾਨੇ ਲਾ ਲਾ ਕੇ ਸਾਰਾ ਗੰਦ ਮੰਦ ਦਰਿਆਵਾਂ ਸੁੱਟ ਕੇ ਸਾਰੇ ਖਰਾਬ ਕਰਤਾ ਹੈ। ਹੁਣ ਰਾਮ ਤੇਰੀ ਗੰਗਾ ਮੈਲੀ ਹੋ ਗਈ। ਹੁਣ ਤਾਂ ਪਾਣੀ ਚੁੱਲ੍ਹੀ ਭਰਨ ਨੂੰ ਜੀਅ ਨਹੀਂ ਕਰਦਾ ਹੈਗਾ। ਇੰਨਾ ਗੰਦ ਮੰਦ ਜਿਹੜਾ ਪਾ ਦਿੱਤਾ ਗਿਆ ਦਰਿਆਵਾਂ ਦੇ ਵਿੱਚ। ਉਹ ਉਸ ਵੇਲੇ ਸਾਫ਼ ਸੀ, ਤਾਂ ਕਰਕੇ ਜੈਸੇ ਗੰਗਾ ਨੀਰ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਕਹਿੰਦੇ ਜਦੋਂ ਮਨ ਗੰਗਾ ਦੇ ਪਾਣੀ ਵਾਂਗੂ ਪਵਿੱਤਰ ਹੋ ਜਾਏ ਨਾ, ਨਿਰਮਲ ਹੋ ਜਾਏ, ਪਰ ਮਨ 'ਚ ਕੋਈ ਮੈਲ ਨਾ ਰਹੇ, ਕੋਈ ਬੁਰਾਈ ਅੰਦਰ ਨਾ ਰਹੇ, ਕੋਈ ਬੁਰਾ ਖਿਆਲ ਨਾ ਰਹੇ, ਫਿਰ ਕੀ ਹੁੰਦਾ? ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਮੇਰਾ ਮਨ ਗੰਗਾ ਦੇ ਪਾਣੀ ਵਾਂਗੂ ਨਿਰਮਲ ਹੋ ਗਿਆ। ਹੁਣ ਰੱਬ ਮੈਨੂੰ ਆਵਾਜ਼ਾਂ ਮਾਰਦਾ, ਕਬੀਰ ਕਬੀਰ ਠਹਿਰ ਜਾ, ਮੈਂ ਆ ਰਿਹਾ, ਮੈਂ ਆ ਰਿਹਾ। ਪਹਿਲਾਂ ਤਾਂ ਅਸੀਂ ਕਹਿੰਦੇ ਵਾਹਿਗੁਰੂ 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 ਵਾਹਿਗੁਰੂ, ਅਤੇ ਇੱਕ ਸਮਾਂ ਐਸਾ ਹੁੰਦਾ ਜਦੋਂ ਵਾਹਿਗੁਰੂ ਕਹਿੰਦਾ ਠਹਿਰ ਜਾ ਸੱਜਣਾ, ਮੈਂ ਆ ਰਿਹਾ ਹਾਂ। ਜਦੋਂ ਕਹਿੰਦੇ ਮਨ ਬਿਲਕੁਲ ਸਾਫ਼ ਹੋ ਜਾਏਗਾ ਨਾ, ਪਰਮਾਤਮਾ ਮਿਲ ਜਾਏਗਾ। ਬਸ ਆਹ ਭਾਵਨਾ ਦਾ ਕਹਿਣਾ, ਮਨ ਸਾਫ਼ ਹੋਣਾ ਚਾਹੀਦਾ। ਤਾਂ ਹੀ ਕਹਿੰਦੇ ਮਨ ਹੋਵੇ ਚੰਗਾ, ਕੁਠਾਲੀ ਵਿੱਚ ਗੰਗਾ। ਭਗਤ ਰਵਿਦਾਸ ਜੁੱਤੀਆਂ ਗਣਦੇ ਸਨ, ਉਹ ਵੀ ਆਪਣੇ ਅੱਗੇ ਕੁਠਾਲੀ ਰੱਖਦੇ ਸਨ। ਲੋ ਕੁਝ ਸੰਗਤ ਆ ਗਈ ਜੀ, ਭਗਤ ਜੀ ਚਲੋ ਜੀ ਗੰਗਾ ਦੇ ਇਸ਼ਨਾਨ ਕਰਨ ਚੱਲੀਏ। ਉਹ 12 ਸਾਲਾਂ ਬਾਅਦ ਕੁੰਭ ਦਾ ਮੇਲਾ ਲੱਗਾ। ਭਗਤ ਜੀ ਕਹਿੰਦੇ ਨਾ, ਮੈਂ ਨਾ ਜਿਹੜਾ ਜਗੀਰਦਾਰ ਹੈ ਫਲਾਣਾ, ਉਹਦੇ ਮੁੰਡੇ ਦਾ ਵਿਆਹ ਹੈ, ਮੈਂ ਨਾ ਜੁੱਤੀਆਂ ਬਣਾਉਣੀਆਂ, ਵੀ ਮੇਰੇ ਕੋਲ ਵੇਲ ਨਹੀਂ ਹੈਗੀ। ਨਹੀਂ ਜੀ ਨਹੀਂ, ਫਿਰ ਪਤਾ ਨਹੀਂ ਮੁੜ ਕੇ 12 ਸਾਲਾਂ ਬਾਅਦ ਆਉਣਾ, ਅਤੇ ਨਹੀਂ ਜ਼ਰੂਰ ਚੱਲੋ ਇਸ਼ਨਾਨ ਕਰ ਆਈਏ। ਇੱਕ ਨੂੰ ਕਹਿੰਦੇ ਆ ਮੇਰੀ ਕੁਠਾਲੀ ਚੱਕੀ, ਉਹਨੇ ਸੋਚ ਉੱਠਣਾ ਹੋਣਾ, ਪਰਾਂ ਕਰ ਦੇਣਾ। ਜਦੋਂ ਕੁਠਾਲੀ ਚੱਕੀ, ਕੀ ਹੇਠਾਂ ਕੀ ਦੇਖਦਾ ਬੰਦਾ? ਹੇਠਾਂ ਗੰਗਾ ਚੱਲ ਰਹੀ ਹੈ। ਉੱਥੇ ਰੱਖਦੀ ਕੁਠਾਲੀ, ਕਹਿੰਦਾ ਤੁਹਾਨੂੰ ਤੁਹਾਨੂੰ ਭਗਤ ਜੀ, ਤੁਹਾਨੂੰ ਗੰਗਾ ਜਾਣ ਦੀ ਲੋੜ ਹੀ ਨਹੀਂ। ਉੱਥੇ ਫਿਰ ਕਹਾਵਤ ਬਣੀ, ਮਨ ਹੋਵੇ ਚੰਗਾ, ਕੁਠਾਲੀ ਵਿੱਚ ਗੰਗਾ। ਮਨ ਦੀ ਗੱਲ ਤੇ ਮਨ ਸਾਫ਼ ਹੋਣ ਦੀ ਹੈ। ਅੱਜ ਜਿੰਨੀ ਸਤਸੰਗ ਕਰਨਾ, ਬਾਣੀ ਪੜ੍ਹਨਾ, ਨਾਮ ਜਪਣਾ, ਇਹ ਮਨ ਨੂੰ ਸਾਫ਼ ਕਰਨ ਲਈ ਹੈ। ਤਰਲੇ ਕੱਢਣ ਦੀ ਲੋੜ ਨਹੀਂ। ਹੈ ਸੱਚੇ ਪਾਤਸ਼ਾਹ ਤੂੰ ਮੈਨੂੰ ਮਿਲ। ਉਹ ਕਹਿੰਦਾ ਮੇਰੀ ਤਾਂ ਸ਼ਰਤ ਹੀ ਭਰਾਵਾ ਇੱਕੋ ਹੈ, ਤੇਰਾ ਮਨ ਹੈਗਾ ਮੈਲਾ, ਇਸ ਲਈ ਤੇਰਾ ਮੇਰਾ ਮੇਲ ਨਹੀਂ ਹੈਗਾ। ਤੂੰ ਗੁਰੂ ਦੇ ਆਖੇ ਲੱਗ ਕੇ ਆਪਣੇ ਮਨ ਨੂੰ ਕਰ ਲੈ ਸਾਫ਼। ਜਿੱਦੇ ਸਾਫ਼ ਹੋ ਗਿਆ ਉੱਦੇ ਹੀ ਮੈਂ ਤੈਨੂੰ ਦਰਸ਼ਨ ਦੇ ਦਾਂਗਾ। ਮੈਂ ਕਿਹੜਾ ਕਿਤੇ ਬਾਹਰੋਂ ਆਉਣੇ, ਮੈਂ ਤਾਂ ਅੰਦਰੋਂ ਹੀ ਪ੍ਰਗਟ ਹੋ ਜਾਣਾ। ਅਸਲ ਸਾਡੇ ਸਾਰਾ ਯਤਨ ਮਨ ਸਾਫ਼ ਕਰਨ ਲਈ ਹੈ। ਜਿੰਨਾ ਆਪ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਜਿਹੜੀ ਬੁਰਾਈ ਅਸੀਂ ਛੱਡ ਸਕਦੇ ਹਾਂ, ਸਾਨੂੰ ਛੱਡਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਪਰ ਮੇਰੇ ਦੇਖਣ 'ਚ ਹੈ ਕੁਝ ਬੁਰਾਈਆਂ ਐਸੀਆਂ ਨੇ ਜਿਹੜੀਆਂ ਮਨੁੱਖ ਨਹੀਂ ਛੱਡ ਸਕਦਾ, ਕਿਉਂਕਿ ਬਹੁਤ ਸਮੇਂ ਤੋਂ ਕਰ ਰਿਹਾ ਹੁੰਦਾ, ਉਹ ਪਿਛਲੇ ਜਨਮ ਤੋਂ ਵੀ ਕਰ ਰਿਹਾ ਹੁੰਦਾ ਹੈ। ਉਹ ਸੰਸਕਾਰ ਇੰਨੇ ਤਗੜੇ ਹੋ ਗਏ ਨੇ ਕਿ ਉਸ ਤੋਂ ਛੱਡ ਨਹੀਂ ਹੁੰਦਾ। ਉਹ ਫਿਰ ਉਹਦਾ ਫਰਜ਼ ਬਣਦਾ ਹੈ ਕਿ ਉਹ ਅਰਦਾਸ ਕਰਦਾ ਰਹੇ, ਬਾਣੀ ਪੜ੍ਹੇ, ਸਿਮਰਨ ਕਰੇ, ਅਰਦਾਸਾਂ ਕਰਦਾ ਗੁਰੂ ਮਹਾਰਾਜ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਇਸ ਜਿਹੜੀ ਹੈ ਬੁਰਾਈ ਤੋਂ ਮੇਰਾ ਖਹਿੜਾ ਛਡਾਓ। ਫਿਰ ਕਦੇ ਨਾ ਗੁਰੂ ਮਹਾਰਾਜ ਕਿਰਪਾ ਕਰ ਦੇਣਗੇ। ਜਦੋਂ ਬੁਰਾਈਆਂ ਛੱਡਦੀਆਂ ਮਨ ਸਾਫ਼ ਹੋ ਜਾਏਗਾ, ਮਨ ਸਾਫ਼ ਹੋ ਜਾਏਗਾ, ਪਰਮਾਤਮਾ ਮਿਲ ਪਏਗਾ। ਬਸ
ਪਰਮਾਤਮਾ ਨੂੰ ਮਿਲਣਾ ਹੀ ਜੀਵਨ ਦਾ ਉਦੇਸ਼ ਹੈ। ਉਂਝ ਮੈਂ ਬਾਣੀ ਵੀ ਪੜ੍ਹਦਾ, ਕਥਾ ਵੀ ਕਰਦਾ, ਸਿਮਰਨ ਵੀ ਕਰਦਾ, ਅੰਮ੍ਰਿਤ ਵੇਲੇ ਵੀ ਉੱਠਦਾ, ਪਰ ਜੇ ਮੈਂ ਬੁਰਾਈ ਨਹੀਂ ਛੱਡਦਾ ਮੈਨੂੰ ਰੱਬ ਨਹੀਂ ਮਿਲੇਗਾ, ਚਾਹੇ ਮੈਂ 10 ਜਨਮ ਲੱਗਾ ਰਹਾ, ਨਹੀਂ ਮਿਲੇਗਾ, ਕਿਉਂਕਿ ਤੇਰਾ ਮਨ ਹੀ ਨਹੀਂ ਸਾਫ਼ ਹੋਇਆ। ਮੈਂ ਤੇਰੀ ਕਥਾ ਨੂੰ ਕੀ ਕਰਾਂ, ਮੈਂ ਤੇਰੇ ਪਾਠ ਨੂੰ ਕੀ ਕਰਾਂ, ਮੈਂ ਤੇਰੇ ਸਿਮਰਨ ਨੂੰ ਕੀ ਕਰਾਂ, ਤੂੰ ਬੁਰਾਈ ਨਹੀਂ ਛੱਡਦਾ ਹੈਗਾ, ਨਹੀਂ ਮਿਲੇਗਾ ਮੈਨੂੰ। ਇਸ ਲਈ ਜਿੰਨਾ ਚਿਰ ਅਸੀਂ ਬੁਰਾਈ ਨਹੀਂ ਛੱਡਦੇ, ਇਹ ਪਰਮਾਤਮਾ ਨਹੀਂ ਮਿਲੇਗਾ। ਅਤੇ ਪਰਮਾਤਮਾ ਨੂੰ ਮਿਲਣਾ ਹੀ ਜੀਵਨ ਦਾ ਉਦੇਸ਼ ਹੈ। ਬੁਰਾਈਆਂ ਛੱਡ ਕੇ ਫਿਰ ਭਜਨ ਬੰਦਗੀ ਕਰਨੀ ਹੈ। ਸਾਰੇ ਗੁਰੂਆਂ ਦੇ ਜੀਵਨ ਪੜ੍ਹ ਲਓ, ਜਿਹੜਾ ਵੀ ਉਹਨਾਂ ਕੋਲ ਆਇਆ ਪਹਿਲਾਂ ਉਹਦੀ ਬੁਰਾਈ ਛਡਾਈ, ਫਿਰ ਉਹਨੂੰ ਗੁਰਮੰਤਰ ਦਿੱਤਾ। ਜੇ ਗੁਰੂ ਮਹਾਰਾਜ ਆਪ ਵੀ ਕਿਸੇ ਕੋਲ ਗਏ ਨੇ, ਪਹਿਲਾਂ ਉਹਦੀ ਬੁਰਾਈ ਛਡਾਈ, ਫਿਰ ਉਹਨੂੰ ਗੁਰਮੰਤਰ ਦਿੱਤਾ। ਪਹਿਲਾਂ ਉਹਦੀ ਬੁਰਾਈ ਛਡਾਈ, ਫਿਰ ਉਸ ਨੂੰ ਧਰਮ ਵਾਲੇ ਪਾਸੇ ਲਾਇਆ। ਨਹੀਂ ਤਾਂ ਸੱਜਣ ਠੱਗ ਕਹਿ ਸਕਦਾ ਸੀ ਵੀ ਬੜਾ ਚੰਗਾ ਲੱਗਦੇ ਠੱਗੇ ਠੁੱਗੀਆਂ, ਤੁਹਾਨੂੰ ਵੀ ਮੈਂ ਹਿੱਸਾ ਦੇ ਦਿਆ ਕਰਾਂਗਾ, ਬਸ ਮੈਨੂੰ ਤੁਸੀਂ ਗੁਰਮੰਤਰ ਦੇ ਜਾਓ। ਨਹੀਂ ਗੁਰੂ ਨਾਨਕ ਐਸਾ ਕੀਤਾ। ਕਹਿੰਦੇ ਸੱਜਣਾ, ਤੇਰਾ ਨਾਮ ਸੱਜਣ ਹੈ, ਕਰਦਾ ਤੂੰ ਠੱਗੀਆਂ, ਠੱਗੀਆਂ ਛੱਡ ਦੇ। ਕਹਿਣ ਵਾਲੇ ਦੀ ਤਾਕਤ ਹੀ ਇੰਨੀ ਸੀ, ਕਿਉਂਕਿ ਪਤਾ ਹੀ ਨਹੀਂ ਗੁਰੂ ਨਾਨਕ ਦੇ ਕਿੰਨੀ ਕਮਾਈ ਸੀ। ਜਿੰਨੀ ਕਿਸੇ ਦੀ ਜ਼ਿਆਦਾ ਕਮਾਈ ਹੁੰਦੀ ਹੈ, ਓਨੀ ਹੀ ਉਹਦੇ ਬੋਲਾਂ 'ਚ ਤਾਕਤ ਹੁੰਦੀ ਹੈ। ਬਹੁਤ ਕਮਾਈ ਵਾਲਾ ਇੱਕੋ ਵਾਰੀ ਕਹਿ ਦੇ ਭਰਾਵਾ ਤੂੰ ਆ ਬੁਰਾਈ ਛੱਡ ਦੇ, ਉਹ ਛੱਡ ਦੇਗਾ, ਕੋਈ ਅੱਗੋਂ ਬਹਾਨੇਬਾਜ਼ੀ ਨਹੀਂ ਬਣਾਏਗਾ। ਕੌਡੇ ਰਾਖਸ਼ ਨੂੰ ਕਿਹਾ ਤੂੰ ਬੰਦੇ ਮਾਰਨੇ ਬੰਦ ਕਰ ਦੇ, ਕਹਿੰਦਾ 7 ਬਚਨ ਅੱਜ ਤੋਂ ਛੱਡੇ। ਅਤੇ ਮੱਧ ਪ੍ਰਦੇਸ਼ ਦਾ ਸਿੱਖ ਧਰਮ ਦਾ ਪ੍ਰਚਾਰਕ ਲਾਇਆ ਕੌਡੇ ਰਾਖਸ਼ ਨੂੰ। ਸੱਜਣ ਠੱਗ ਨੇ ਜਦੋਂ ਬੁਰਾਈ ਛੱਡਤੀ ਠੱਗੀ, ਗੁਰੂ ਨਾਨਕ ਦੇ ਉਸਨੂੰ ਮੁਲਤਾਨ ਇਲਾਕੇ ਦਾ ਪ੍ਰਚਾਰਕ ਲਾਤਾ ਸਿੱਖ ਧਰਮ ਦਾ। ਬੁਰਾਈ ਛਡਾਈ, ਫਿਰ ਧਰਮ ਵਾਲੇ ਪਾਸੇ ਲਾਇਆ। ਹੁਣ ਕਿਉਂਕਿ ਜਿੰਨੇ ਅਸੀਂ ਬਹੁਤੇ ਲੋਕ ਆ, ਸਾਡੀ ਦਿਵ ਦ੍ਰਿਸ਼ਟੀਆਂ ਖੁੱਲ੍ਹੀਆਂ ਨੇ, ਸਾਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਅੰਮ੍ਰਿਤ ਛਕਣ ਆਇਆ ਇਹਦੇ 'ਤੇ ਕੀ ਬੁਰਾਈਆਂ ਨੇ, ਉਹਨੂੰ ਪਤਾ ਹੀ ਨਹੀਂ। ਅਸੀਂ ਬੁਰਿਆਂ ਨੂੰ ਵੀ ਅੰਮ੍ਰਿਤ ਛਕਾਈ ਜਾਂਦੇ ਹਾਂ ਵੀ ਆਪੇ ਹੌਲੀ ਛੱਡ ਦੇਗਾ। ਇਸ ਤਰ੍ਹਾਂ ਨਹੀਂ ਬੰਦਾ ਛੱਡਦਾ। ਉਹਨਾਂ ਦੀ ਗੁਰੂਆਂ ਦੀ ਪਹਿਲੀ ਕੰਡੀਸ਼ਨ ਸੀ, ਪਹਿਲਾਂ ਛੱਡ ਬੁਰਾਈ। ਉਹਨੇ ਬੁਰਾਈ ਛਡਾਈ, ਫਿਰ ਉਹਨੂੰ ਧਰਮ ਵਾਲੇ ਪਾਸੇ ਲਾਇਆ। ਇਹ ਨਹੀਂ ਵੀ ਤੂੰ ਚੋਰੀਆਂ ਵੀ ਕਰੀ ਜਾ ਅਤੇ ਨਾਮ ਵੀ ਜਪੀ ਜਾ, ਤੂੰ ਡਾਕੇ ਵੀ ਮਾਰੀ ਜਾ, ਅਤੇ ਜਿਹੜਾ ਹੈ ਬਾਣੀ ਵੀ ਪੜ੍ਹੀ ਜਾ, ਤੂੰ ਮਿਲਾਵਟ ਵੀ ਕਰੀ ਜਾ, ਨਿਤਨੇਮ ਵੀ ਕਰੀ ਜਾ, ਅਤੇ ਤੂੰ ਰਿਸ਼ਵਤ ਵੀ ਲਈ ਜਾ, ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜਾ। ਇਹ ਦੋ ਗੱਲਾਂ ਨਹੀਂ ਚੱਲਣਗੀਆਂ, ਇਹ ਦੋ ਗੱਲਾਂ ਨਹੀਂ ਚੱਲਣਗੀਆਂ, ਇੱਕੋ ਹੀ ਚੱਲੂ। ਇੱਕ ਪਾਸੇ ਹੋਣਾ ਪੈਣਾ, ਦੋ ਪਾਸੇ ਲੱਤਾਂ ਰੱਖਣ ਨਾਲ ਨਹੀਂ ਗੱਲ ਬਣੀ। ਦੋ ਬੇੜੀਆਂ 'ਚ ਸਵਾਰ ਹੋਣ ਨਾਲ ਬੰਦਾ ਸਿਰੇ ਨਹੀਂ ਲੱਗਦਾ। ਇੰਗਲਿਸ਼ ਵਾਲੇ ਕਹਿੰਦੇ ਬਿਟਵੀਨ ਟੂ ਸਟੂਲਸ ਯੂ ਆਰ ਸ਼ੋਰ ਟੂ ਫਾਲ ਟੂ ਦਾ ਗਰਾਊਂਡ। ਜੇ ਤੁਸੀਂ ਇੱਕ ਲੱਤ ਉਸ ਸਟੂਲ 'ਤੇ ਰੱਖੀ, ਇੱਕ ਲੱਤ ਉਸ ਸਟੂਲ ਰੱਖੀ, ਡਿੱਗ ਪਓਗੇ। ਇੱਕੋ ਪਾਸੇ ਹੋਣਾ ਪਏਗਾ। ਬੁਰਾਈ ਛੱਡ ਕੇ ਭਜਨ ਬੰਦਗੀ ਕਰਨ ਲੱਗ ਜਾਓ। ਅੱਜ ਕੁਝ, ਕੱਲ੍ਹ ਨੂੰ ਕੁਝ, ਪਰਸੋਂ ਕੁਝ, ਚੌਥੇ ਕੁਝ, ਤਰੱਕੀ ਹੁੰਦੀ ਹੀ ਜਾਵੇਗੀ। ਅਤੇ ਨਹੀਂ ਤਾਂ ਜੈਸੇ ਇੱਥੇ ਜਿੱਥੇ ਖੜ੍ਹਾ ਉੱਥੇ ਸਾਰੀ ਉਮਰ ਲੰਘ ਜਾਂਦੀ ਹੈ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਹਰਦੀ ਪੀਰੀ ਚੂਨਾ ਊਜਲ ਪਾਏ, ਰਾਮ ਸਨੇਹੀ ਤਉ ਮਿਲੈ ਦੋਨੋਂ ਬਰਨ ਗਵਾਏ। ਬਰਨ ਹੁੰਦਾ ਰੰਗ। ਕਬੀਰ ਹਰਦੀ, ਹਰਦੀ ਮੈਨੇ ਹਲਦੀ, ਪੀਰੀ ਮੈਨੇ ਪੀਲੀ। ਹਲਦੀ ਪੀਲੇ ਰੰਗ ਦੀ ਹੁੰਦੀ ਨਾ। ਚੂਨਾ ਆਟੇ ਨੂੰ ਕਹਿੰਦੇ ਨੇ। ਊਜਲ ਪਾਏ, ਪਾਏ ਮੈਨੇ ਰੰਗ, ਊਜਲ ਮੈਨੇ ਚਿੱਟਾ। ਹਲਦੀ ਦਾ ਰੰਗ ਪੀਲਾ ਹੁੰਦਾ, ਆਟੇ ਦਾ ਰੰਗ ਚਿੱਟਾ। ਨਹੀਂ ਮੇਲ ਹੋਵੇਗਾ ਦੋਨਾਂ ਦਾ, ਨਹੀਂ ਮੇਲ ਹੋਵੇਗਾ। ਇੱਕ ਨਿਮਰਤ, ਇੱਕ 'ਚ ਮੰਨ ਲਓ, ਦੂਜੇ 'ਚ ਹਉਮੈ, ਨਹੀਂ ਮੇਲ ਹੋਏਗਾ। ਇੱਕ 'ਚ ਚੰਗਿਆਈ ਹੈ, ਦੂਜੇ ਬੰਦੇ ਬੁਰਾਈ ਹੈ, ਨਹੀਂ ਮੇਲ ਹੋਏਗਾ।
ਅਸੀਂ ਮੈਲੇ ਹਾਂ, ਪਰਮਾਤਮਾ ਸਾਫ਼ ਹੈ, ਨਹੀਂ ਮੇਲ ਹੁੰਦਾ, ਨਹੀਂ ਮੇਲ ਹੁੰਦਾ। ਅਸੀਂ ਮਨਮੁਖ ਹਾਂ, ਗੁਰੂ ਗੁਰਮੁਖ ਹੈ, ਨਹੀਂ ਮੇਲ ਹੋ ਰਿਹਾ। ਇੱਕੋ ਜਿਹੇ ਹੋਣਗੇ ਤਾਂ ਹੀ ਮੇਲ ਹੋਏਗਾ ਨਾ। ਰਾਮ ਸਨੇਹੀ ਤਉ ਮਿਲੈ, ਦੋਨੋਂ ਵਰਨ ਗਵਾਏ। ਰਾਮ ਨੂੰ ਪਿਆਰ ਕਰਨ ਵਾਲਾ ਰਾਮ ਨੂੰ ਤਾਂ ਹੀ ਮਿਲ ਸਕਦਾ ਜੇ ਦੋਨੋਂ ਰੰਗ ਛੱਡਦੇ ਹਨ। ਊਚ ਨੀਚ ਦਾ ਖਿਆਲ ਛੱਡਦੇ, ਮਾਨ ਅਪਮਾਨ ਦਾ ਖਿਆਲ ਛੱਡਦੇ। ਮਾਨ ਇੱਜ਼ਤ, ਅਪਮਾਨ ਬੇਇੱਜ਼ਤੀ। ਇੱਜ਼ਤ ਮਿਲ ਗਈ ਖੁਸ਼ ਨਹੀਂ ਹੋਣਾ, ਹੰਕਾਰ 'ਚ ਫੁੱਲਣਾ ਨਹੀਂ। ਬੇਇੱਜ਼ਤੀ ਹੋ ਗਈ ਹੈ ਤੇ ਦੁਖੀ ਨਹੀਂ ਹੋਈ ਜਾਣਾ। ਉੱਚੀ ਜਾਤ ਦਾ ਕੋਈ ਹੰਕਾਰ ਨਹੀਂ ਕਰਨਾ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ ਜੀ, ਮੈਂ ਜੱਟ ਹਾਂ ਜੀ, ਇਹ ਸ਼ੂਦਰ ਹੈ ਜੀ। ਨਹੀਂ, ਇਹ ਵਿਚਾਰ ਛੱਡਣੇ ਪੈਣੇ ਨੇ। ਊਚ ਨੀਚ ਦੇ ਵਿਚਾਰ ਛੱਡਣੇ ਪੈਣੇ ਨੇ। ਮਾਨ ਅਪਮਾਨ ਦਾ ਖਿਆਲ ਛੱਡਣਾ ਪੈਣਾ, ਤਾਂ ਜਾ ਕੇ ਪਰਮਾਤਮਾ ਨਾਲ ਮੇਲ ਹੋਵੇਗਾ। ਕਿਉਂਕਿ ਇੱਕੋ ਜਿਹੇ ਹੋਵਾਂਗੇ ਨਾ। ਫਿਰ ਜਦੋਂ ਇੱਕੋ ਜਿਹੇ ਹੋਵਾਂਗੇ, ਦੋਨੋਂ ਵਰਨ ਛੱਡਣੇ, ਦੋਨੋਂ ਰੰਗ ਛੱਡਣੇ ਪੈਣੇ ਨੇ। ਪੀਲਾ ਵੀ ਛੱਡਣਾ ਪੈਣਾ, ਚਿੱਟਾ ਵੀ ਛੱਡਣਾ ਪੈਣਾ, ਦੋਨੋਂ। ਕਿ ਅੰਦਰ ਦਵੈਤ ਹੈ, ਅੰਦਰ ਦੋ ਨੇ। ਏਤ ਰਾਹ ਪਤ ਪਵੜੀਆਂ, ਚੜ੍ਹਿਆ ਹੋਏ ਅਕੀਸ। ਇੱਕ ਹੋ ਕੇ ਚੜ੍ਹਨਾ ਪੈਣਾ। ਅੰਦਰ ਦਵੈਤ ਹੈ, ਰੱਬ ਦੀਆਂ ਪੌੜੀਆਂ 'ਤੇ ਨਹੀਂ ਚੜ੍ਹਿਆ ਜਾ ਸਕਦਾ। ਦਾਲ ਨਹੀਂ ਉੱਗਿਆ ਕਰਦੀ, ਸਾਬਤ ਦਾਣਾ ਉੱਗਿਆ ਕਰਦਾ। ਜਦੋਂ ਸਾਡੇ ਅੰਦਰ ਦਵੈਤ ਭਾਵਨਾ, ਦੋ ਵਿਚਾਰ ਜਿਹੜੇ ਸਾਡੇ ਅੰਦਰ ਚੱਲ ਰਹੇ ਨੇ, ਕਦੇ ਸਾਡਾ ਖਿਆਲ ਸੰਸਾਰ ਵੱਲ ਜਾਂਦਾ ਹੈ, ਕਦੇ ਸਾਡਾ ਖਿਆਲ ਰੱਬ ਵਾਲੇ ਪਾਸੇ ਜਾਂਦਾ ਹੈ, ਕਦੇ ਸਾਡਾ ਖਿਆਲ ਮਾਇਆ ਵੱਲ ਜਾਂਦਾ ਹੈ, ਕਦੇ ਖਿਆਲ ਭਜਨਬੰਦਗੀ ਵੱਲ ਜਾਂਦਾ ਹੈ। ਅੰਦਰ ਦੋ ਵਿਚਾਰ ਚੱਲਦੇ ਰਹਿੰਦੇ ਨੇ। ਪਰਮਾਤਮਾ ਹੈਗਾ ਅਦਵੈਤ, ਉਹ 'ਚ ਦਵੈਤ ਭਾਵਨਾ ਨਹੀਂ ਹੈ, ਉਹ 'ਚ ਦੋ ਨਹੀਂ ਹੈ। ਇਸ ਲਈ ਗੁਰੂ ਨਾਨਕ ਨੇ ਇੱਕ ਲੈ ਅੱਗੇ, ਇੱਕ ਓਅੰਕਾਰ, ਇੱਕੋ ਹੀ ਹੈ। ਅਸੀਂ ਦਵੈਤ ਹਾਂ, ਸਾਡੇ ਤਾਂ ਦੋ ਦੋ ਵਿਚਾਰ ਚੱਲ ਰਹੇ ਨੇ, ਉਹ ਇੱਕ ਹੈ। ਉਹਨੂੰ ਹਿੰਦੀ ਆਖਦੇ ਅਦਵੈਤ, ਜਿਸ ਦੇ ਦਵੈਤ ਨਾ ਹੋਵੇ, ਜਿਸ ਦੋ ਵਿਚਾਰ ਨਾ ਹੋਣ। ਪਰਮਾਤਮਾ ਅਦਵੈਤ ਹੈ, ਅਸੀਂ ਦਵੈਤ 'ਚ ਹਾਂ। ਇਸ ਲਈ ਸਾਡਾ ਮੇਲ ਨਹੀਂ ਹੋ ਰਿਹਾ। ਜਦੋਂ ਅਸੀਂ ਵੀ ਇੱਕ ਗੱਲ ਛੱਡ ਦਿਆਂਗੇ ਤੇ ਸਿਰਫ ਪਰਮਾਤਮਾ ਵਾਲਾ ਪਾਸਾ ਰੱਖ ਲਾਂਗੇ, ਮਨਮੁਖਤਾ ਛੱਡ ਦਿਆਂਗੇ, ਗੁਰਮੁਖਤਾ ਰੱਖ ਲਾਂਗੇ, ਤਾਂ ਗੁਰਮੁਖ ਦਾ ਮੇਲ ਕਦੇ ਵੀ ਪਰਮਾਤਮਾ ਨਾਲ ਹੋ ਸਕਦਾ ਹੈ। ਪਰ ਕਦੇ ਮਨਮੁਖ, ਕਦੇ ਗੁਰਮੁਖ, ਐ ਨਹੀਂ ਗੱਲ ਬਣੇਗੀ। ਅਜੇ ਸਾਡੇ ਇਹੋ ਜਿਹੇ ਜੀਵਨ ਨੇ, ਕਦੇ ਮਨਮੁਖਾਂ ਵਾਲਾ, ਕਦੇ ਗੁਰਮੁਖਾਂ ਵਾਲਾ। ਕਿਸੇ ਦਾ ਬਹੁਤਾ ਗੁਰਮੁਖਾਂ ਵਾਲਾ, ਮਨਮੁਖਾਂ ਵਾਲਾ ਥੋੜ੍ਹਾ, ਪਰ ਹੈ ਜ਼ਰੂਰ। ਅਤੇ ਕਈ ਦਾ ਮਨਮੁਖਾਂ ਵਾਲਾ ਜ਼ਿਆਦਾ, ਗੁਰਮੁਖਾਂ ਵਾਲਾ ਥੋੜ੍ਹਾ, ਇਸ ਲਈ ਨਹੀਂ ਗੱਲ ਬਣਦੀ। ਜਦੋਂ ਮਨਮੁਖਤਾ ਛੱਡ ਦਿਆਂਗੇ ਟੋਟਲ ਅਤੇ ਗੁਰਮੁਖਤਾ ਗ੍ਰਹਿਣ ਕਰ ਲਾਂਗੇ, ਉਦੋਂ ਕਿਸੇ ਵੇਲੇ ਵੀ ਸਾਡਾ ਪਰਮਾਤਮਾ ਨਾਲ ਮੇਲ ਹੋ ਜਾਏ, ਕਿਉਂਕਿ ਅਸੀਂ ਇੱਕੋ ਪਾਸੇ ਹੋ ਗਏ ਹਾਂ। ਉਹ ਵੀ ਇੱਕ ਹੈ ਅਤੇ ਅਸੀਂ ਵੀ ਇੱਕ ਹੋ ਗਏ ਹਾਂ। ਫਿਰ ਉਹਦੇ ਨਾਲ ਮੇਲ ਸੰਭਵ ਹੈ। ਇਸ ਲਈ ਉਹਨਾਂ ਨੇ ਸਮਝਾਇਆ ਕਬੀਰ ਸਾਹਿਬ ਨੇ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।